न्यूज़ 18 पंजाब हरियाणा हिमाचल ते तुहाडा स्वागत है। तुसीं देख रहे हो प्राइम टाइम। मैं हाँ यादविंदर सिंह। किसानां नूं कदे सोका मारदा कदे डोबा मारदा। किसानां नूं इस वार करोना ने मारिया। नवे नवे रूल सरकारां दे ने ते किसान सवाल खड़े कर रहे ने, पर दूजे पासे मींह दी मार पई है। पुत्तां वांगू पाली कणक मींह च रुल रही है। असीं मंडी च साडे नाल मंत्री भारत भूषण आशू होणगे, साडे नाल बीकेजू डकौंदा दे आगू जगमोहन सिंह होणगे, पर असीं मंडी दा नज़ारा पहला दिखाउने, मंडी दा हाल दिखाउने कि पुत्तां वांगू पाली फसल किवें रुलदी है किसानां दी। नाल दी नाल साडी गलबात किसानां दे नाल मंडी शुरू होएगी। तुसीं देख सकदे हो मींह पिया गा, हुणे हुणे ताज़ा मींह पै के हटिया और पूरे पंजाब च बहुत सारियां ਥਾਵਾਂ ਦੇ ਉੱਤੇ ਮੀਂਹ ਪਿਆ। ਤਾਂ ਇਹ ਜਿਹੜੀ ਫਸਲ ਜਿਹਦੇ ਬਾਰੇ ਪਹਿਲੇ ਮੌਇਸਚਰਾਈਜ਼ਰ ਦਾ ਇੰਨਾ ਰੌਲਾ ਪੈਂਦਾ, ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੋਂ ਲਗਾਤਾਰ ਹੁਣੇ ਤਾਜ਼ਾ ਮੀਂਹ ਪੈਣ ਦੀ ਨਿਸ਼ਾਨੀ ਇਹ ਵੀ ਹੈ ਕਿ ਇੱਥੋਂ ਲਗਾਤਾਰ ਮੀਂਹ ਦੇ ਅੰਦਰ ਫਸਲ ਆ ਜਿਹੜਾ ਮੀਂਹ ਦਾ ਪਾਣੀ ਆ ਉਹਦੇ ਨਾਲ ਫਸਲ ਲਗਾਤਾਰ ਖਰਾਬ ਹੋਈ ਹੈ। ਤੇ ਫਸਲ ਦਾ ਜੋ ਕਣਕ ਜਿਹੜੀ ਇਸ ਟਾਈਮ ਤੁਲਣੀ ਸੀ ਜਾਂ ਤੁਲ ਚੁੱਕੀ ਸੀ, ਉਹਦਾ ਹਾਲ ਦੇਖ ਲਓ ਤੁਸੀਂ ਕੀ ਹੈ। ਤੇ ਕਿਸਾਨ ਵਿਚਾਰਾ ਇਸ ਦੇਸ਼ 'ਚ ਕਿਵੇਂ ਕਰਦਾ ਮਰਦਾਗਾ। ਤੇ ਕਿਸਾਨ ਅਕਸਰ ਕਹਿੰਦਾ ਕਿ ਕਾਰਪੋਰੇਟ ਲਈ ਸਰਕਾਰਾਂ ਕਰਦੀਆਂ ਨੇ, ਕਾਰੋਬਾਰੀਆਂ ਲਈ ਕਰਦੀਆਂ ਨੇ, ਇੰਡਸਟਰੀਸਟਾਂ ਲਈ ਸਰਕਾਰਾਂ ਕਰਦੀਆਂ ਨੇ, ਪਰ ਕਿਸਾਨ ਲਈ ਕੀ ਕਰਦੀਆਂ ਨੇ, ਜਿਹਨੂੰ ਕਦੇ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਸੀ ਜੈ ਜਵਾਨ ਜੈ ਕਿਸਾਨ, ਇਹ ਨਾਰਾ ਦਿੱਤਾ ਗਿਆ ਸੀ ਤੇ ਕਿਸਾਨ ਦੀ ਕਦੇ ਜੈ ਨਹੀਂ ਹੋਈ। ਇਸ ਤਰ੍ਹਾਂ ਫਸਲ ਰੁਲ ਜਾਂਦੀ ਹੈ। ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਪਾਣੀ 'ਚ ਕਣਕ ਦੀ ਫਸਲ ਵਹਿ ਰਹੀ ਹੈ। ਔਰ ਮੰਡੀਆਂ ਦੇ ਹਾਲ ਸਾਡੇ ਨਾਲ ਮੰਤਰੀ ਵੀ ਹੋਣਗੇ, ਮੰਤਰੀ ਤੋਂ ਵੀ ਸਵਾਲ ਅਸੀਂ ਪੁੱਛਾਂਗੇ ਕਿ ਜਿਹੜੇ ਕਿਸਾਨਾਂ ਨਾਲ ਇਸ ਤਰ੍ਹਾਂ ਮੰਡੀ ਦੇ ਅੰਦਰ ਮੌਇਸਚਰਾਈਜ਼ਰ ਦਾ ਲਗਾਤਾਰ ਕਿਹਾ ਜਾਂਦਾ, ਕਿਸਾਨਾਂ ਦੀਆਂ ਢੇਰੀਆਂ ਕਣਕ ਦੀਆਂ ਤੁਲ ਲੀਆਂ ਸੀਗੀਆਂ। ਲਗਾਤਾਰ 1 ਘੰਟਾ ਲਗਭਗ ਮੀਂਹ ਪੈਂਦਾ ਰਿਹਾ। 5 ਵਜੇ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ, 6 ਵਜੇ ਤੱਕ ਲਗਾਤਾਰ ਮੀਂਹ ਪਿਆਗਾ। ਤੇ ਲਗਾਤਾਰ ਮੀਂਹ ਦੇ ਨਾਲ ਕਣਕ ਦੀ ਫਸਲ ਆ ਜਿਹੜੀ ਆ ਦੇਖੋ ਕਿਵੇਂ ਕਿਸਾਨ ਆਪਣੇ ਬੁੱਕਾਂ 'ਚ ਚੱਕ ਕੇ ਕਣਕ ਦੀ ਫਸਲ ਨੂੰ ਰੋਕ ਰਹੇ ਆ ਤਾਂ ਕਿ ਅੱਗੇ ਕਿਤੇ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਮੰਡੀ 'ਚ ਕਣਕ ਦੀ ਫਸਲ ਰੁਲੀ ਹੈ। ਕਿਵੇਂ ਪੁੱਤਾਂ ਵਾਂਗੂ ਆ ਦੇਖੋ ਇਸ ਥਾਂ ਦੇ ਉੱਤੇ ਕਿਵੇਂ ਜਾ ਰਹੀ ਹੈ। ਇਸ ਥਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਣਕ ਦੀ ਫਸਲ ਗਟਰ ਦੇ ਅੰਦਰ ਜਾ ਰਹੀ ਹੈਗੀ। ਕਿਉਂ ਜਾ ਰਹੀ ਹੈ? ਕਿਉਂਕਿ ਲਗਾਤਾਰ ਮੀਂਹ ਪਿੱਛੋਂ ਮੰਡੀ 'ਚ ਨੀਵਾਂ ਪਾਸੇ ਨੂੰ ਪਾਣੀ ਆ ਰਿਹਾ, ਕਣਕ ਦੀ ਫਸਲ ਤੇ ਗਟਰ ਦੇ ਅੰਦਰ ਜਾ ਰਹੀ ਹੈ। ਤੇ ਕਿਸਾਨ ਅਕਸਰ ਇਹ ਸਵਾਲ ਖੜੇ ਕਰਦੇ ਆ ਕਿ ਅਸੀਂ ਦੇਸ਼ ਲਈ ਮਰਦੇ ਹਾਂ, ਅਸੀਂ ਦੇਸ਼ ਲਈ ਕੰਮ ਕਰਦੇ ਹਾਂ, ਸਰਕਾਰਾਂ ਸਾਡੇ ਲਈ ਕੀ ਕਰਦੀਆਂ ਨੇ। ਇਹ ਪਾਣੀ ਆ ਜਿਹੜਾ ਇਹ ਵਹਾਅ ਇਸ ਤਰ੍ਹਾਂ ਦਾ ਲਗਾਤਾਰ, ਮੈਂ ਕੈਮਰਾਮੈਨ ਨੂੰ ਕਹੂੰਗਾ ਦੂਰ ਤੋਂ ਦਿਖਾਉਣਗੇ ਤਾਂ ਕਿ ਕਲੈਰਿਟੀ ਹੋਵੇ, ਦੂਰ ਤੋਂ ਦਿਖਾਉਣਗੇ। ਜਦੋਂ ਇਧਰੋਂ ਪਾਣੀ ਆ ਰਿਹਾ ਰਜਿੰਦਰ, ਜੇ ਤੁਸੀਂ ਇਹ ਦਿਖਾਓਗੇ ਕਿ ਕਿਸ ਤਰੀਕੇ ਦੇ ਨਾਲ ਪੂਰੀ ਲੇਨ ਦੇਖੋ, ਸਾਹਮਣੇ ਮੰਡੀ ਦੀਆਂ ਬੋਰੀਆਂ ਪਈਆਂ ਨੇ। ਅਸੀਂ ਅੱਗੇ ਵੀ ਤੁਹਾਨੂੰ ਲੈ ਕੇ ਚੱਲਾਂਗੇ, ਕਿਸਾਨ ਵੀ ਸਾਡੇ ਨਾਲ ਨੇ। ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਸੋਸ਼ਲ ਡਿਸਟੈਂਸਿੰਗ ਰੱਖੋ ਔਰ ਮਾਸਕ ਲੈ ਕੇ ਰੱਖੋ। ਜਦੋਂ ਗੱਲ ਕਰੋ ਤੁਸੀਂ ਮਾਸਕ ਲੈ ਕੇ ਰੱਖੋ, ਜਦੋਂ ਸਾਡੇ ਨਾਲ ਗੱਲ ਕਰਨੀ ਹੈ ਤੇ ਸੋਸ਼ਲ ਡਿਸਟੈਂਸਿੰਗ ਰੱਖਣੀ ਹੈ। ਅਸੀਂ ਸਿਰਫ ਇਹ ਹਾਲ ਦਿਖਾਉਣਾ ਮੰਡੀਆਂ ਤੇ ਸਰਕਾਰਾਂ ਨੂੰ ਸਵਾਲ ਕਿ ਕਿਸਾਨਾਂ ਲਈ ਕੀ ਕਰ ਰਹੀਆਂ ਨੇ, ਕਿਉਂਕਿ ਕਿਸਾਨ ਇਸ ਦੌਰ 'ਚ ਸਭ ਤੋਂ ਜ਼ਿਆਦਾ ਸੰਕਟ ਦਾ ਸਾਹਮਣਾ ਹਰ ਇੰਡਸਟਰੀ ਕਰ ਰਹੀ ਹੈ, ਸਾਰੇ ਤਰ੍ਹਾਂ ਦੇ ਵਰਕ ਕਰ ਰਹੇ ਨੇ, ਪਰ ਕਿਸਾਨ ਜਿਹੜਾ ਅੰਨਦਾਤਾ, ਜਿਹੜਾ ਇਸ ਟਾਈਮ ਫੂਡ ਦੀ ਦੁਨੀਆ ਤੇ ਸਭ ਤੋਂ ਜ਼ਿਆਦਾ ਲੋੜ ਆ, ਤੇ ਮੰਡੀਆਂ ਦੇ ਅੰਦਰ ਪੁੱਤਾਂ ਵਾਂਗੂ ਪਾਲੀ ਫਸਲ ਰੁਲ ਰਹੀ ਹੈ। ਤੇ ਪੂਰਾ ਮੰਡੀ ਦਾ ਹਾਲ ਤੁਸੀਂ ਦੇਖ ਸਕਦੇ ਹੋ। ਹੁਣੇ ਮੀਂਹ ਪਿਆ, ਮੰਡੀ ਦੇ ਅੰਦਰ ਕੋਈ ਇਹ ਨਹੀਂ ਹੁੰਦਾਗਾ ਕਿ ਬਹੁਤ ਸ਼ੈੱਡਾਂ ਦੇ ਅੰਦਰ ਕਣਕ ਪਈ ਹੁੰਦੀ ਹੈ, ਮੰਡੀ ਦੇ ਬਾਹਰ ਪਈ ਹੁੰਦੀ ਹੈ ਕਣਕ। ਹਰ ਮੰਡੀ ਦੇ ਅੰਦਰ ਇਹੀ ਚੀਜ਼ ਹੁੰਦੀ ਹੈ। ਤੇ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਵੀ ਅੱਗੇ ਬੋਰੀਆਂ ਲੱਗੀਆਂ ਨੇ ਔਰ ਜਿੰਨੀ ਵੀ ਕਣਕ ਦੀ ਫਸਲ ਹੈ, ਆ ਦੇਖ ਲਓ ਕਿਵੇਂ ਪਾਣੀ ਦੇ ਵਿੱਚ ਬਹਿ ਕੇ ਫਸਲ ਲਗਾਤਾਰ ਖਰਾਬ ਹੋ ਰਹੀ ਹੈ। ਮੰਤਰੀ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਕਿਸਾਨਾਂ ਨਾਲ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ, ਗੱਲਬਾਤ ਅਸੀਂ ਕਰਦੇ ਹਾਂ। ਕਦੋਂ ਲੈ ਕੇ ਆਈ ਸੀ ਫਸਲ? ਤੁਲ ਗਈ ਸੀ ਜਾਂ ਤੁਲਣ ਤੋਂ ਪਹਿਲਾਂ ਹੀ ਇਹ ਹੋ ਗਿਆ? ਤੁਲਣ ਤੋਂ ਪਹਿਲਾਂ ਹੀ ਹੋਇਆ ਜੀ। ਇਹ ਬਾਰਿਸ਼ ਹੈ ਜਿਹੜੀ, ਕੋਈ ਪਤਾ ਥੋੜੀ ਜਿਹੀ ਬਰਸਾਤ ਆਉਣੀ ਹੈ। ਹੁਣ ਤੁਸੀਂ ਦੇਖ ਰਹੇ ਵੀ ਹਾਲ ਇਹਦਾ ਕੀ ਹੈ, ਕੋਈ ਇੱਥੇ ਪਾਣੀ ਦਾ ਇੰਤਜ਼ਾਮ। ਘੰਟਾ ਲਗਭਗ ਮੀਂਹ ਪਿਆ ਸੀ, ਵੀ ਲਗਭਗ 5 ਵਜੇ ਆ ਗਏ ਸੀ ਮੰਡੀ। ਬਿਲਕੁਲ ਪਿਆ ਜੀ, 1 ਘੰਟਾ ਪੂਰਾ ਪਿਆ। ਸੋਸ਼ਲ ਡਿਸਟੈਂਸਿੰਗ ਰੱਖੋ, ਥੋੜਾ ਦੂਰ ਹੋ ਕੇ ਗੱਲ ਕਰੋ। 9 ਵਜੇ ਕਣਕ ਆਈ ਵੀਰ ਜੀ, ਇੰਸਪੈਕਟਰ ਨਹੀਂ ਆ ਟਾਈਮ ਪਰ ਆ ਰਿਹਾ। ਇੰਸਪੈਕਟਰ 11 ਵਜੇ ਇੰਸਪੈਕਟਰ ਆ ਰਿਹਾ ਉਰੇ। ਕਣਕ 9 ਵਜੇ ਕਣਕ ਹੋਈ ਸਾਰੀ, ਯਾਨੀ ਚੱਕੀ ਜਾ ਸਕਦੀ। ਬਿਲਕੁਲ ਜੀ, ਬਿਲਕੁਲ। ਇੰਸਪੈਕਟਰ ਦੀ ਘਾਟ ਕਰਕੇ ਜਾਂ ਅਧਿਕਾਰੀਆਂ ਦੀ ਘਾਟ ਕਰਕੇ ਵੀ ਇਹ ਹਾਲ ਹੈ। ਬਿਲਕੁਲ। ਮੌਇਸਚਰਾਈਜ਼ਰ ਵਾਲਾ ਵੀ ਆਪਾਂ ਅੱਗੇ ਵੀ ਚੱਲਦੇ ਹੋਰ ਕਿਸਾਨਾਂ ਨਾਲ ਵੀ ਗੱਲ ਕਰਦੇ ਹਾਂ। ਮੌਇਸਚਰਾਈਜ਼ਰ ਕਰਕੇ ਵੀ ਜਿਹੜਾ ਤੁਹਾਨੂੰ ਲੱਗਦਾ ਨਹੀਂ ਥੋੜੀ ਰਿਲੈਕਸੇਸ਼ਨ ਜ਼ਿਆਦਾ ਮਿਲੇ, ਜਿਹੜਾ ਮੌਇਸਚਰਾਈਜ਼ਰ ਵਾਲਾ ਮਸਲਾ ਫਸਲ ਆਵੇ ਚੱਕੀ ਜਾਵੇ ਕਰੋਨਾ ਦੇ ਦੌਰ 'ਚ ਘੱਟੋ ਘੱਟ। ਉਹਦੇ ਲੇਬਰ ਨਹੀਂ ਜੀ ਹੈਗੀ, ਜੇ ਲੇਬਰ ਹੁੰਦੀ ਹੈ ਸਾਡਾ ਕੱਦਾ ਤੁਲ ਜਾਣੀ ਦੀ। ਹੁਣ ਨੂੰ ਲੇਬਰ ਨਹੀਂ ਹੈਗੀ, ਲੇਬਰ ਨਹੀਂ ਜੀ ਹੈਗੀ, ਲੇਬਰ ਦੀ ਬਹੁਤ ਘਾਟ ਆ। ਲੇਬਰ ਆਉਣ ਨਹੀਂ ਦਿੰਦੇ, ਪਾਸ ਨਹੀਂ ਦਿੰਦੇ, ਕੁਝ ਨਹੀਂ ਦਿੰਦੇ ਹੈਗੇ। ਇੰਸਪੈਕਟਰ ਨਹੀਂ ਆਉਂਦਾ, ਇੰਸਪੈਕਟਰ ਆਉਂਦਾ ਗਿੱਲੀ ਹੈ ਜੀ। ਇਹ ਹੈ ਜੀ ਗਿੱਲੀ ਹੈ, ਤਰਾਈ ਕਾਤੇ ਤੁਸੀਂ ਜੇ ਗਿੱਲੀ ਹੈ। ਪਹਿਲੀ ਗੱਲ ਤਾਂ ਹੁਣ ਗਿੱਲੀ ਹੈ ਨਹੀਂ, 20 ਤਰੀਕ ਹੋ ਗਈ ਵਿਸਾਖੀ ਤੋਂ ਬਾਅਦ ਤਾਂ ਕੋਈ ਗਿੱਲੀ ਨਹੀਂ ਰਹਿੰਦੀ। ਤੁਸੀਂ ਦੇਖੋ ਵੀ ਜਿਹੜੀ 2 ਵਜੇ ਦੀ 9 ਵਜੇ ਦਾ ਬੰਦਾ ਆਇਆ, ਇਹ ਕਿਤੇ ਜੇ ਥੋੜਾ ਸੀਰੀਅਸ ਹੁੰਦੇ ਅਧਿਕਾਰੀ ਤਾਂ ਘੱਟੋ ਘੱਟ ਇਹ ਫਸਲ ਇੱਥੋਂ ਚੱਕੀ ਜਾਣੀ ਸੀ। ਤਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਅਸੀਂ ਤੁਹਾਨੂੰ ਵਿਜ਼ੂਅਲ ਦਿਖਾ ਰਹੇ ਹਾਂ
ਕਿਵੇਂ ਕਣਕ ਦੀ ਫਸਲ ਮੰਡੀਆਂ 'ਚ ਰੁੜ ਰਹੀ ਹੈ। ਮੰਤਰੀ ਸਾਡੇ ਨਾਲ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਦੇ ਲਈ ਕੀ ਇੰਤਜ਼ਾਮ ਆ, ਕਿਉਂਕਿ ਆਉਣ ਵਾਲੇ ਦਿਨਾਂ ਦੇ ਅੰਦਰ ਵੀ ਮੀਂਹ ਪੈਣ ਦਾ ਮੰਨਿਆ ਜਾ ਰਿਹਾ ਕਿ ਮੀਂਹ ਪੈ ਸਕਦਾ ਆਉਣ ਵਾਲੇ ਦਿਨਾਂ 'ਚ ਵੀ। ਤਾਂ ਕੀ ਇੰਤਜ਼ਾਮ ਹੋਣਗੇ ਮੰਡੀਆਂ, ਜਿਹੜੇ ਫਸਲ ਲਿਆ ਰਹੇ ਕਿਸਾਨ ਨੇ ਉਹਨਾਂ ਦੀ ਫਸਲ ਦੱਸੋ। ਇੰਸਪੈਕਟਰ ਦੇ ਲੋਈ ਮੋਇਸਚਰਾਈਜ਼ਰ ਦਾ ਰੋਜ਼ ਇੱਕ ਬਹਾਨਾ ਬਣਾ ਲੈਂਦੇ, ਮੋਇਸਚਰਾਈਜ਼ਰ ਤੁਹਾਡਾ ਵੱਧ ਹੈ ਜੀ। ਇਹਦੇ ਕਰਕੇ ਨਾ ਸਾਡੀ ਕਣਕ ਭਰ ਆਉਂਦੀ ਨਾ ਚੱਕ ਹੁੰਦੀ, 2 ਦਿਨ ਤੇ ਬੈਠੀ ਹੈ। ਮੰਨ ਲਓ 12 ਚਾਹੀਦਾ ਜੀ, 12.1 ਜਾਂ 2 ਨੂੰ ਵੀ ਨਹੀਂ ਚੱਕ ਰਹੀ ਜੀ। ਮੇਰੀ 12.4 ਦੀ ਚੱਕੀ ਨਹੀਂ ਜੀ। 12.4 4 ਪੁਆਇੰਟ ਤੇ ਕੁਝ ਵੀ ਨਹੀਂ ਹੈਗੀ, ਕੁਝ ਵੀ ਨਹੀਂ ਹੈ। ਪਹਿਲੇ ਮੰਤਰੀ ਸਾਡੇ ਨਾਲ ਨੇ, ਅਸੀਂ ਪੁੱਛਾਂਗੇ ਉਹਨਾਂ ਤੋਂ ਕਿ ਪੁਆਇੰਟਾਂ ਪਿੱਛੇ ਵੀ ਕਿਉਂ ਰੌਲਾ। ਕਰੋਨਾ ਦੇ ਦੌਰ 'ਚ ਜੇ ਬਾਕੀ ਥਾਵਾਂ ਤੇ ਰਿਲੈਕਸੇਸ਼ਨ ਮਿਲ ਸਕਦੀ ਹੈ ਤਾਂ ਕਿਸਾਨਾਂ ਨੂੰ ਕਿਉਂ ਨਹੀਂ? ਲੜਾਈ ਕਰੋਨਾ ਨਾਲ ਲੜੀਏਗਾ, ਇਹਨਾਂ ਨਾਲ ਲੜੀਏ ਜੀ। ਇੱਕ ਪਾਸੇ ਤਾਂ ਬਚਾਅ ਰੱਖੋ, ਇੱਕ ਪਾਸੇ ਹੁਣ ਇਕੱਠ ਦੇਖ ਲਓ ਤੁਸੀਂ ਆਪੇ। ਆ ਸਾਰਾ ਉਰੀ ਰਾਤ ਰਹੂਗਾ ਜੀ। ਨਾ ਤਾਂ ਰੋਟੀ ਆ ਸਕਦੀ ਘਰ ਤੋਂ, ਨਾ ਕੋਈ ਪਾਣੀ ਦਾ ਪ੍ਰਬੰਧ ਹੈ, ਕੋਈ ਪ੍ਰਬੰਧ ਵੀ ਨਹੀਂ ਹੈ ਜੀ। ਜੇ ਚੰਡੀਗੜ੍ਹ ਤੋਂ ਨਿਕਲਦੇ ਦੁਆਰਾ ਵੜ ਨਹੀਂ ਸਕਦੇ ਜੀ, ਪੁਲਿਸ ਵੜਨ ਨਹੀਂ ਦਿੰਦੀ ਹੈ। ਉਹਦੇ ਗਾਇਆਂ ਬਹੁਤ ਫਿਰਦੇ ਆ, ਚੋਰ ਬਹੁਤ ਫਿਰਦੇ ਆ, ਸਾਡੀ ਕਣਕ ਚੱਕ ਲੈ ਜਾਂਦੇ। ਅਸੀਂ ਇੱਕ ਵਾਰ ਪੂਰਾ ਮੰਡੀ ਦਿਖਾ ਦਈਏ ਕਿਸਾਨਾਂ ਨੂੰ, ਪੂਰਾ ਆਓ ਸਾਡੇ ਨਾਲ ਆਓ, ਪਰ ਡਿਸਟੈਂਸਿੰਗ ਬਣਾ ਕੇ ਰੱਖੋ, ਡਿਸਟੈਂਸ ਬਣਾ ਕੇ ਰੱਖੋ ਗੱਲਬਾਤ, ਤਾਂ ਕਿ ਖੁੱਲੇ ਤਰੀਕੇ ਨਾਲ ਹੋ ਸਕੇ। ਮੰਡੀ ਇੱਕ ਵਾਰ ਦਿਖਾ ਦਈਏ ਤਾਂ ਕਿ ਪੂਰਾ ਪੰਜਾਬ ਇਹ ਤਸਵੀਰ ਦੇਖ ਸਕੇ, ਪੂਰੇ ਪੰਜਾਬੀ ਦੁਨੀਆ ਭਰ 'ਚ ਬੈਠੇ ਨਿਊਜ਼ 18 ਦੇ ਜ਼ਰੀਏ ਉਹ ਤਸਵੀਰ ਦੇਖ ਸਕਣ ਕਿ ਤਸਵੀਰ ਕੀ ਹੈ ਪੰਜਾਬ ਦੀ। ਇਹ ਤਸਵੀਰ ਹੁਣੇ ਮੀਂਹ ਪੈ ਕੇ ਹਟਿਆ। ਮੰਡੀ 'ਚ ਅਸੀਂ ਇਸ ਕਰਕੇ ਆਏ ਸੀ ਕਿ ਮੰਡੀ 'ਚ ਕਿਸਾਨਾਂ ਨਾਲ ਗੱਲ ਕਰੀਏ, ਪਰ ਜਦੋਂ ਮੰਡੀ 'ਚ ਆਏ 1 ਘੰਟਾ ਮੀਂਹ ਪਿਆ ਤੇ ਮੰਡੀ ਦੇ ਅੰਦਰ ਫਸਲ ਜਿਹੜੀ ਤੁਲੀ ਹੋਈ ਹੈ ਉਹ ਵੀ ਰੁਲ ਗਈ। ਆ ਦੇਖੋ, ਇਹ ਤੁਲੀ ਹੋਈ ਫਸਲ ਹੈਗੀ, ਇਹ ਤੁਲ ਚੁੱਕੀ ਹੈ, ਤੁਲੀ ਹੋਈ ਫਸਲ ਵੀ ਰੁਲ ਗਈ ਤੇ ਜਿਹੜੀ ਨਹੀਂ ਤੁਲੀ ਉਹ ਵੀ ਰੁਲ ਗਈ। ਔਰ ਲੋਕ ਕਹਿ ਰਹੇ ਨੇ ਮੋਇਸਚਰਾਈਜ਼ਰ ਦੇ ਪੁਆਇੰਟ ਪਿੱਛੇ 2-2 1-1 ਪੁਆਇੰਟ। ਮੋਇਸਚਰਾਈਜ਼ਰ ਕੀ ਹੁੰਦਾ ਥੋੜਾ ਜਿਹਾ ਦੱਸ ਦਈਏ ਜਿਹਨੂੰ ਨਹੀਂ ਪਤਾ ਹੋਵੇ, ਜਿਹੜੇ ਕਿਸਾਨੀ ਨਾਲ ਸੰਬੰਧਿਤ ਨਾ ਹੋਣ। ਨਮੀ ਹੁੰਦੀ ਹੈ, ਨਮੀ ਚੈੱਕ ਹੋਣੀ ਹੁੰਦੀ ਹੈ ਕਣਕ ਦੇ ਅੰਦਰ, ਤੇ ਉਹ ਨਮੀ ਪੂਰੀ ਉਹਦਾ ਇੱਕ ਸਟੈਂਡਰਡ ਬਣਾਇਆ ਹੋਇਆ ਸਰਕਾਰ ਨੇ। ਪਰ ਉਹ ਕਿਹਾ ਜਾ ਰਿਹਾ ਸੀ ਕਰੋਨਾ ਦੇ ਦੌਰ 'ਚ ਉਹਨੂੰ ਰਿਲੈਕਸੇਸ਼ਨ ਦਿਓ, ਇਹ ਸਵਾਲ ਉੱਠ ਰਿਹਾ ਸੀ। ਉਹਦੇ ਨਾਲ ਭਾਰ 'ਚ ਫਰਕ ਪੈਂਦਾ, ਨਮੀ ਜ਼ਿਆਦਾ ਹੋਊਗੀ ਤਾਂ ਭਾਰ ਜ਼ਿਆਦਾ ਹੁੰਦਾ, ਜਦੋਂ ਨਮੀ ਇੱਕ ਸਟੈਂਡਰਡ ਤੇ ਆ ਜਾਂਦੀ ਹੈ ਤਾਂ ਕਣਕ ਦਾ ਭਾਰ ਘਟਦਾ। ਤਾਂ ਉਹ ਕਣਕ ਹੋਵੇ ਝੋਨਾ ਹੋਵੇ ਤਾਂ ਨਮੀ ਦਾ ਇੱਕ ਸਟੈਂਡਰਡ ਬਣਾਇਆ ਹੁੰਦਾ, ਉਸੇ ਦੇ ਆਧਾਰ ਦੇ ਉੱਤੇ ਬਾਕੀ ਚੀਜ਼ਾਂ ਤੈਅ ਹੁੰਦੀਆਂ ਨੇ। ਤਾਂ ਇਹ ਹਾਲ ਤੁਸੀਂ ਪੰਜਾਬ ਦੀਆਂ ਮੰਡੀਆਂ ਦਾ, ਔਰ ਲਗਾਤਾਰ ਕੀ ਹੋ ਰਿਹਾ, ਮੀਂਹ ਪੈ ਰਿਹਾ ਵੱਖ-ਵੱਖ ਥਾਵਾਂ ਦੇ ਉੱਤੇ। ਮੁਕਤਸਰ ਦੇ ਅੰਦਰ ਕੱਲ ਗੜੇ ਪਏ ਨੇ, ਉਹ ਫਸਲ ਵੀ ਜਿਹੜੀ ਅਜੇ ਨਹੀਂ ਵੱਢੀ ਗਈ ਕਣਕ ਦੀ ਫਸਲ ਪੰਜਾਬ ਦੇ ਅੰਦਰ, ਉਹਦੀ ਵੀ ਵੱਡੀ ਸਮੱਸਿਆ ਹੈ। ਤੇ ਕਿਸਾਨ ਸਾਡੇ ਨਾਲ ਨੇ। ਤੁਸੀਂ ਕਿੱਥੋਂ ਲੈ ਕੇ ਆਏ ਹੋ ਫਸਲ? ਅੱਛਾ, ਤੁਸੀਂ ਖਰੜ ਤੋਂ ਆਏ ਆ ਜੀ, ਸਵੇਰ ਦੇ 9 ਕੀ ਤੁਹਾਨੂੰ ਕੀ ਲੱਗਦਾਗਾ ਕਿ ਇਹ ਜਿਹੇ ਮਾਹੌਲ 'ਚ ਫਿਰ ਸਰਕਾਰਾਂ ਕੀ ਕਰਨ? ਮਤਲਬ ਤੁਹਾਡੇ ਕਿਸਾਨਾਂ ਲਈ ਕੀ ਕਰਨਾ? ਨੂੰ ਜਿਹੜੀ ਜੇ ਮੌਕਚਰ ਬੀਮਾ ਤਾਂ ਕੋਈ ਹੁੰਦਾ ਨਹੀਂ, ਕਿਸਾਨੀ ਦਾ ਕੋਈ ਬੀਮਾ ਨਹੀਂ ਹੁੰਦਾ। ਇਹ ਮੌਕਚਰਾਈ ਜਿਹੜਾ ਇਹਦਾ ਬਹਾਨਾ ਲਾ ਕੇ ਇੰਸਪੈਕਟਰ ਸਾਡੇ ਜ਼ਿਮੀਂਦਾਰ ਤੇ ਫਾਇਦਾ ਲੈ ਰਹੇ ਆ। ਉਹਦੇ ਨਾਲ ਇੱਥੇ ਭੀੜ ਵਧੂਗੀ, ਘਟਦੀ ਨਹੀਂ ਹੈ। ਕਰੋਨਾ ਹੋਰ ਵਧੂਗਾ, ਘਟਦਾ ਨਹੀਂ ਹੈ। ਇਹਦੇ ਨਾਲ ਥੋੜਾ ਜਿਹਾ ਇੰਸਪੈਕਟਰ ਨੂੰ ਵੀ ਖਿੱਚਣਾ ਚਾਹੀਦਾ ਤਾਂ ਕਿ ਟਾਈਮ ਨਾਲ ਆਉਣ, ਟਾਈਮ ਨਾਲ ਜ਼ਿਮੀਂਦਾਰ ਵਿਹਲਾ ਹੋ। ਸਾਡੇ ਨਾਲ ਮੰਤਰੀ ਨੇ, ਅਸੀਂ ਲਗਾਤਾਰ ਸਵਾਲ ਕਿਸਾਨਾਂ ਦੇ ਵੀ ਲੈਂਦੇ ਰਵਾਂਗੇ ਤੇ ਲਗਾਤਾਰ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਡਕੌਂਦਾ ਦੇ ਜਗਮੋਹਨ ਸਿੰਘ ਨੇ ਤੇ ਸਾਡੇ ਨਾਲ ਭਾਰਤ ਭੂਸ਼ਣ ਆਸ਼ੂ, ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ। ਆਸ਼ੂ ਜੀ, ਤਸਵੀਰਾਂ ਦੇਖ ਲਈਆਂ ਹੋਣਗੀਆਂ ਤੁਹਾਨੂੰ, ਬੜੀਆਂ ਦੁਖੀ ਕਰਨ ਵਾਲੀਆਂ ਤਸਵੀਰਾਂ ਨੇ। ਕਿਸਾਨ ਆਪਣੀ ਫਸਲ ਨੂੰ ਪੁੱਤਾਂ ਵਾਂਗੂ ਪਾਲਦੇ ਨੇ। ਮੰਡੀ ਦੇ ਅੰਦਰ ਨਿਊਜ਼ 18 ਸਾਰ ਲੈਣ ਆਇਆ ਸੀ ਕਿਸਾਨਾਂ ਦੀ, ਕਿ ਕਿਸਾਨਾਂ ਦਾ ਹਾਲ ਕੀ ਹੈ। ਇੱਕ ਨਵੀਂ ਮਾਰ ਪੈ ਗਈ, ਅਸੀਂ ਸੋਚ ਕੇ ਨਹੀਂ ਆਏ ਸੀ ਮੀਂਹ ਪਊਗਾ, ਪਰ ਜਦੋਂ ਆਏ 5 ਵਜੇ ਮੀਂਹ ਪੈਣ ਲੱਗ ਗਿਆ, ਧੜਾ-ਧੜ ਮੀਂਹ ਪੈ ਰਿਹਾ ਹੈਗਾ। ਤਾਂ ਕੀ ਇਸ ਤਰ੍ਹਾਂ ਜਿਹੜਾ ਮੋਇਸਚਰਾਈਜ਼ਰ ਵਾਲਾ ਕਿਸਾਨਾਂ ਨੇ ਬਾਰ-ਬਾਰ ਇੱਕ ਗੱਲ ਕਹੀ ਹੈ ਕਿ ਕਣਕ ਦੀ ਫਸਲ ਆਵੇ ਚੁੱਕੀ ਜਾਵੇ, ਤੁਹਾਨੂੰ ਕੀ ਲੱਗਦਾ ਇਹਦਾ ਕੋਈ ਹੱਲ ਹੋ ਸਕਦਾ ਹੈ ਜਾਂ ਤੁਹਾਨੂੰ ਕਰਨਾ ਚਾਹੀਦਾ, ਜਾਂ ਆਉਣ ਵਾਲੇ ਦਿਨਾਂ 'ਚ ਜ਼ਿਆਦਾ ਮੀਂਹ ਪੈਣ ਲੱਗ ਗਿਆ ਫਿਰ ਕਿਤੇ ਕ੍ਰਾਈਸਿਸ ਜ਼ਿਆਦਾ ਪੈਦਾ ਨਾ ਹੋ ਜਾਏ ਪੰਜਾਬ ਸਰਕਾਰ ਲਈ? ਤਾਂ ਅਸੀਂ ਲਗਾਤਾਰ ਮੰਡੀ ਦਾ ਤੁਹਾਨੂੰ ਹਾਲ ਵੀ ਦਿਖਾ ਰਹੇ ਹਾਂ। ਇਹ ਮੰਡੀ ਦਾ ਹਾਲ ਹੈ, ਇਹ ਮੰਡੀ ਦਾ ਹਾਲ ਹੈ। ਤੇ ਸਾਡੇ ਨਾਲ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਜਗਮੋਹਨ ਸਿੰਘ ਭਾਰਤੀ ਕਿਸਾਨ ਯੂਨੀਅਨ ਤੇ ਕਿਸਾਨਾਂ ਨਾਲ ਵੀ ਸਾਡੀ ਗੱਲਬਾਤ ਜਾਰੀ ਰਹੇਗੀ ਮੰਡੀ ਦੇ ਅੰਦਰ। ਤੇ ਮੰਤਰੀ ਤੋਂ ਅਸੀਂ ਜਵਾਬ ਲੈਂਦੇ ਰਹਾਂਗੇ ਕਿਉਂਕਿ ਲੋਕ ਇੱਕੋ ਗੱਲ ਕਹਿ ਰਹੇ ਨੇ। ਤੁਹਾਨੂੰ ਦਿਖਾਉਂਦੇ ਰਹੀਏ ਕਿਸ ਤਰ੍ਹਾਂ ਅਸੀਂ ਸਾਈਡਾਂ ਤੇ ਜਾ ਕੇ ਤੁਹਾਨੂੰ ਫਿਰ ਦਿਖਾਉਂਦੇ ਹਾਂ ਕਿਸ ਤਰੀਕੇ ਦੇ ਨਾਲ ਸਾਰੀ ਕਣਕ ਰੁੜ ਗਈ ਹੈ ਪਾਣੀ ਦੇ ਅੰਦਰ। ਇਹ ਨਾ ਲੱਗੇ ਸਰਕਾਰਾਂ ਨੂੰ ਲੱਗਦਾ ਰਹਿੰਦਾ ਕਿ ਸਾਡੇ ਤੇ ਤਾਂ ਸਵਾਲ ਖੜੀ ਕਰਨੇ ਹੁੰਦੇ ਨੇ। ਇਹ ਤੁਸੀਂ ਹਾਲ ਦੇਖ ਲਓ, ਜੇ ਮੈਂ ਕਹੂੰਗਾ ਕੈਮਰਾ ਨੂੰ ਵਿਜ਼ੂਅਲ ਪ੍ਰੋਪਰ ਦਿਖਾਉਣਗੇ ਉੱਥੋਂ ਲੈ ਕੇ ਕਿਸ ਤਰੀਕੇ ਦੇ ਨਾਲ ਪਾਣੀ 'ਚ ਫਸਲ ਰੁਲੀ ਹੈ। ਜੇ ਕਿਸਾਨ ਕਹਿ ਰਹੇ ਨੇ ਥੋੜੀ ਬਹੁਤੀ ਨਮੀ ਜੇ ਰਿਲੈਕਸੇਸ਼ਨ ਹੋਵੇ ਤਾਂ ਸਾਡੀ ਫਸਲ ਇਸ ਤਰ੍ਹਾਂ ਨਾ ਰੁਲੇ। ਇਹ ਸਾਰੀ ਤੁਸੀਂ ਦੇਖੋਗੇ ਧੁਰ ਤੱਕ, ਆ ਦੇਖੋ ਅੱਗੇ ਤੱਕ ਦੇਖੋ ਕਿਸ ਤਰੀਕੇ ਦੇ ਨਾਲ ਫਸਲ ਰੁਲੀ ਹੈਗੀ, ਕਿਸ ਤਰੀਕੇ ਦੇ ਨਾਲ ਫਸਲ ਰੁਲੀ ਹੈ। ਤੇ ਕਿਸਾਨ ਕਹਿ ਰਹੇ ਆ ਮੋਇਸਚਰਾਈਜ਼ਰ ਨਾ, ਇਹ ਸਾਹਮਣੇ ਤੁਹਾਡੇ ਵਿਜ਼ੂਅਲ ਨੇ, ਕੈਮਰਾ ਝੂਠ ਨਹੀਂ ਬੋਲਦਾ ਕਦੇ ਵੀ। ਕੈਮਰੇ ਦੇ ਉੱਤੇ ਜੋ ਤਸਵੀਰ ਆ ਉਹ ਸੱਚੀ ਤਸਵੀਰ ਆ ਤੇ ਨਿਊਜ਼ 18 ਹਮੇਸ਼ਾ ਸੱਚੀਆਂ ਤਸਵੀਰਾਂ ਕਿਸਾਨਾਂ, ਮਜ਼ਦੂਰਾਂ, ਗਰੀਬਾਂ ਦੀਆਂ ਦਿਖਾਉਂਦਾ ਹੈ। ਤੇ ਇਹ ਮੰਡੀ ਦੇ ਅੰਦਰ ਆ ਤੇ ਭਾਰਤ ਭੂਸ਼ਣ ਆਸ਼ੂ ਮੰਤਰੀ ਖੁਦ ਸਾਡੇ ਨਾਲ ਜੁੜ ਚੁੱਕੇ ਨੇ।
ਆਸ਼ੂ ਜੀ ਤੁਸੀਂ ਪੂਰੀ ਤਸਵੀਰ ਦੇਖ ਲਈ ਹੋ, ਸੁਣ ਲਈ ਹੋ। ਲੋਕ ਕਹਿ ਰਹੇ ਨੇ, ਕਿਸਾਨ ਇਹ ਕਹਿ ਰਹੇ ਨੇ ਮੌਇਸਚਰਾਈਜ਼ਰ ਵਾਲਾ ਥੋੜਾ ਰਿਲੈਕਸੇਸ਼ਨ ਕਰੋ, ਨਹੀਂ ਮਾਰੇ ਜਾਣਗੇ ਕਿਸਾਨ ਜੇ ਆਉਣ ਵਾਲੇ ਦਿਨਾਂ 'ਚ ਵੀ ਮੀਂਹ ਪੈਂਦਾ ਰਿਹਾ। ਆਸ਼ੂ ਜੀ ਯਾਦਵਿੰਦਰ ਜੀ ਤੁਸੀਂ ਪਹੁੰਚੇ ਹੋ ਜੀ, ਇੰਤਜ਼ਾਮ ਕੀਤਾ ਗਿਆ। ਜਿਹੜੇ ਤੁਸੀਂ ਵਿਜ਼ੂਅਲ ਦਿਖਾ ਰਹੇ ਹੋ ਇਹਨਾਂ ਨੂੰ ਵੀ ਧਿਆਨ ਨਾਲ ਦੇਖੋ, ਇਹਨਾਂ 'ਚ ਫੋਕ ਕਿੰਨਾ ਹੈ ਤੇ ਉਹ ਕਿੰਨਾ ਹੈ। ਦੇਖੋ ਪਰਮਾਤਮਾ ਨਾਲ ਨਾ ਅਸੀਂ ਝਗੜ ਸਕਦੇ ਹਾਂ ਨਾ ਤੁਸੀਂ ਝਗੜ ਸਕਦੇ ਹੋ, ਇਹਦੇ 'ਚ ਕੋਈ ਦੋ ਰਾਏ ਨਹੀਂ। ਅੱਜ ਤੋਂ ਨਹੀਂ, ਕਈ ਵਰਿਆਂ ਤੋਂ, ਕਈ ਡਿਕੇਡਸ ਤੋਂ ਡਿਸਕਸ ਹੁੰਦਾ ਆ ਰਿਹਾ ਵੀ ਜਿਹੜੀ ਕੁਦਰਤ ਦੀ ਮਾਰ ਹੈ ਉਹ ਕਿਸਾਨਾਂ ਨੂੰ ਜ਼ਿਆਦਾ ਪੈਂਦੀ ਹੈ। ਅੱਜ ਵੀ ਕੁਝ ਇਹੋ ਜਿਹਾ ਮਾਹੌਲ ਬਣਿਆ ਹੋਇਆ ਹੈ, ਇੱਕ ਪਾਸੇ ਕਰੋਨਾ ਹੈ ਤੇ ਦੂਸਰੇ ਪਾਸੇ ਜਦੋਂ ਫਸਲ ਸਾਰੇ ਸਾਡੇ ਕਿਸਾਨ ਭਰਾਵਾਂ ਦੀ ਮਿਹਨਤ ਵਾਲੀ ਫਸਲ ਅੱਜ ਜਦੋਂ ਮੰਡੀਆਂ 'ਚ ਪਹੁੰਚੀ ਤਾਂ ਇੱਕਦਮ ਦੁਬਾਰਾ ਉਹਨਾਂ ਨੂੰ ਹਨੇਰੀ, ਝੱਖੜ ਤੇ ਆਹ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ। ਪਰ ਉੱਥੇ ਜੇ ਤੁਸੀਂ ਨਾਲ ਜਿੰਨੀ ਗੱਲ ਇਹ ਕਹਿ ਰਹੇ ਹੋ ਵੀ ਫਸਲ ਰੁੜ ਰਹੀ ਹੈ, ਨਾਲ ਇਹ ਵੀ ਇੰਤਜ਼ਾਮ ਦੇਖੋ ਵੀ ਬਕਾਇਦਾ ਤੌਰ ਤੇ ਉੱਥੇ ਆੜਤੀਆਂ ਨੇ ਤਰਪਾਲਾਂ ਦੇ ਤੇ ਉਹਨਾਂ ਦੇ ਇੰਤਜ਼ਾਮ ਕਰ ਰੱਖੇ ਹੋਏ ਨੇ। ਜਿੱਥੋਂ ਤਾਈਂ ਪ੍ਰੋਕਿਉਰਮੈਂਟ ਦੀ ਗੱਲ ਰਹੀ, ਇਹ ਪ੍ਰੋਕਿਉਰਮੈਂਟ ਬਿਲਕੁਲ ਨਿਰਵਿਘਨ ਹੋਏਗੀ। ਕਿਸੇ ਕਿਸਾਨ ਦਾ ਅੱਜ ਜੇ ਕਣਕ ਦੇ ਉੱਤੇ ਬਾਰਿਸ਼ ਪਈ ਹੈ ਤੇ ਕੱਲ ਪੱਖਾ ਲਾ ਕੇ ਕਣਕ ਸੁੱਕ ਵੀ ਜਾਏਗੀ ਔਰ ਸਰਕਾਰ ਇਹਨੂੰ ਪ੍ਰੋਕਿਉਰ ਵੀ ਕਰ ਲਏਗੀ। ਤੁਸੀਂ ਜਿੱਥੋਂ ਤਾਈਂ ਕਿਹਾ ਵੀ ਕਿਸਾਨ ਨਾਲ ਧੱਕਾ ਹੁੰਦਾ ਹੈ, ਧੱਕਾ ਬਿਲਕੁਲ ਨਹੀਂ ਹੋਣ ਦਿੱਤਾ ਜਾਏਗਾ। ਇਹ ਸਾਡੇ ਸੀਐਮ ਸਾਹਿਬ ਦਾ ਸਾਰੇ ਕਿਸਾਨ ਭਰਾਵਾਂ ਨਾਲ ਵਾਅਦਾ ਹੈ, ਉਹਨਾਂ ਦੀ ਫਸਲ ਦਾ ਇੱਕ ਦਾਣਾ ਚੱਕਿਆ ਜਾਏਗਾ। ਇਹ ਤੁਹਾਨੂੰ ਮੈਂ ਸੀਐਮ ਸਾਹਿਬ ਦੇ ਬਿਹਾਫ ਤੇ ਆਪ ਯਕੀਨ ਦਿਲਵਾਉਣਾ। ਜਿੱਥੇ ਤਾਈਂ ਮੰਡੀਆਂ ਦੇ ਪ੍ਰਬੰਧ ਨੇ ਉਹ ਕਾਫੀ ਤੇਜ਼ੀ ਨਾਲ ਜਿੱਥੇ ਸਾਨੂੰ ਕਮਜ਼ੋਰੀਆਂ ਮਿਲਦੀਆਂ ਰਹੀਆਂ ਉਹ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੋਂ ਤਾਈਂ ਤੁਸੀਂ ਮੋਇਸਚਰ ਕੰਟੈਂਟ ਦੀ ਗੱਲ ਕਰੀ ਹੈ, ਉਹਦੇ ਕਰਕੇ ਜੇ ਕਿਤੇ ਪ੍ਰੋਕਿਉਰਮੈਂਟ ਰੁਕਦੀ ਹੈ, ਹਲੇ ਤਾਂ ਜੇ ਸਹੀ ਮਾਇਨੇ 'ਚ ਗਿਣੀਏ ਤਾਂ ਅੱਜ ਪਹਿਲਾ ਦਿਨ ਹੈ ਪ੍ਰੋਕਿਉਰਮੈਂਟ ਦਾ। ਪਹਿਲੇ 1-2 ਦਿਨ ਤਾਂ ਸਿਰਫ ਪਾਸਿਸ ਕਰਕੇ ਇੱਕ ਬੜੀ ਥੋੜੀ ਜੀ ਪ੍ਰੋਕਿਉਰਮੈਂਟ ਹੋਈ ਸੀਗੀ। ਕੱਲ ਤਾਈਂ ਤਕਰੀਬਨ 2 ਲੱਖ ਮੀਟ੍ਰਿਕ ਟਨ ਦੇ ਕਰੀਬ ਫਸਲ ਆਈ ਸੀਗੀ ਹਲੇ ਮੰਡੀਆਂ ਦੇ ਵਿੱਚ। ਤੇ ਅੱਜ ਪਾਸਿਸ ਦਾ ਇਸ਼ੂ ਵੀ ਕਾਫੀ ਹੱਦ ਤਾਈਂ ਸਾਡੇ ਮੰਡੀ ਬੋਰਡ ਨੇ ਔਰ ਐਗਰੀਕਲਚਰ ਡਿਪਾਰਟਮੈਂਟ ਨੇ ਹੱਲ ਕਰਨ ਦੀ ਕੋਸ਼ਿਸ਼ ਕਰ ਲਈ ਹੈ। ਜਿਵੇਂ ਆੜਤੀ ਭਰਾਵਾਂ ਦਾ ਔਰ ਕਿਸਾਨ ਭਰਾਵਾਂ ਦੀ ਡਿਮਾਂਡ ਸੀਗੀ, ਉਹ ਵੀ ਡਿਮਾਂਡ ਬੇਸ ਪਾਸ ਇਸ਼ੂ ਕੀਤੇ ਜਾਣ, ਕੁਝ ਉਸ ਤਰੀਕੇ ਦਾ ਸਿਸਟਮ ਬਣਾ ਦਿੱਤਾ ਗਿਆ ਹੈ। ਹੁਣ ਜਦੋਂ ਬਾਰਿਸ਼ ਵਗੈਰਾ ਇਹ ਥੋੜੀ ਟਿਕਦੀ ਹੈ ਤੇ ਫੁੱਲ ਪੇਸ ਤੇ ਸਾਡੀ ਪ੍ਰੋਕਿਉਰਮੈਂਟ ਆ ਜਾਣੀ ਹੈ। ਮੈਂ ਕਿਸਾਨ ਭਰਾਵਾਂ ਨੂੰ ਛੋਟੀ-ਮੋਟੀ ਮੋਇਸਚਰ ਕੰਟੈਂਟ ਦਾ ਬਿਲਕੁਲ ਕਿਤੇ ਮੁਸ਼ਕਿਲ ਨਹੀਂ ਆਵੇਗੀ। ਸਾਰਿਆਂ ਨੂੰ ਸਾਰੇ ਜਿਹੜੇ ਸਾਡੇ ਸਰਕਾਰੀ ਅਮਲੇ ਹੈ ਉਹਨੂੰ ਬਕਾਇਦਾ ਤੌਰ ਤੇ ਨਿਰਦੇਸ਼ ਦੇ ਦਿੱਤੇ ਜਾਣਗੇ। ਪਰ ਜਿੱਥੇ ਕੁਦਰਤ ਆਂਦੀ ਹੈ ਉੱਥੇ ਕੁਦਰਤ ਅੱਗੇ ਸਾਰੇ ਬੇਬਸ ਹੋ ਜਾਂਦੇ ਆ। ਪਰ ਕਿਸਾਨ ਭਰਾਵਾਂ ਨੂੰ ਮੈਂ ਦੁਬਾਰਾ ਯਕੀਨ ਦਿਲਵਾਉਣਾ ਵੀ ਤੁਹਾਨੂੰ ਕੋਈ ਮੁਸ਼ਕਿਲ ਨਹੀਂ ਆਣ ਦਿੱਤੀ ਜਾਏਗੀ। ਇਹ ਜਿਹੜੀ ਤੁਸੀਂ ਗੱਲ ਕਹੀ ਸੀਗੀ ਹੁਣੇ ਹੀ ਗੱਲਾਂ ਕਰਦੇ ਕਿਸਾਨ ਭਰਾਵਾਂ ਨਾਲ ਵੀ ਰਾਤ ਗੜੇ ਵੀ ਪਏ ਨੇ, ਬਿਲਕੁਲ ਸਹੀ ਗੱਲ ਹੈ। ਮੁਕਤਸਰ ਵਾਲੇ ਪਾਸੇ ਥੋੜਾ ਜਿਹਾ ਨੁਕਸਾਨ ਹੋਣ ਦੀਆਂ ਖਬਰਾਂ ਆਈਆਂ। 8 ਪਿੰਡਾਂ ਦੇ ਵਿੱਚ ਸਾਡੇ ਸਾਰੇ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਨੂੰ ਕਿੰਨਾ ਨੁਕਸਾਨ ਹੋਇਆ ਚਲੇ ਗਏ ਹੋਏ ਆ ਐਗਰੀਕਲਚਰ ਡਿਪਾਰਟਮੈਂਟ ਦੇ। ਸ਼ਾਮ ਤਾਈਂ ਰਿਪੋਰਟ ਆ ਜਾਏਗੀ ਤੇ ਸਵੇਰੇ ਉਹਦੇ ਤੇ ਵੀ ਫੈਸਲਾ ਹੋ ਜਾਏਗਾ। ਜਿਹੜਾ ਕਿਸਾਨ ਭਰਾ ਦਾ ਕੋਈ ਨੁਕਸਾਨ ਹੋਇਆ ਉਹਦੇ ਤੇ ਬਕਾਇਦਾ ਸਰਕਾਰ ਕੋਈ ਫੈਸਲਾ ਲਏਗੀ। ਅੱਜ ਵੀ ਜਿਸ ਤਰੀਕੇ ਮੈਂ ਤੁਹਾਨੂੰ ਦੱਸਿਆ ਹੈ ਵੀ ਕਿਸਾਨਾਂ ਦਾ ਜਿਹੜਾ ਬਾਰ-ਬਾਰ ਇੱਥੇ ਸਵਾਲ ਉੱਠਦਾ, ਤੁਹਾਨੂੰ ਲੱਗਦਾ ਕਿ ਜਿਹੜਾ ਮੋਇਸਚਰਾਈਜ਼ਰ ਵਾਲਾ ਰਿਲੈਕਸੇਸ਼ਨ ਕਿਸਾਨਾਂ ਨੂੰ ਕੋਈ ਸਪੈਸੀਫਿਕ ਸਪੈਸੀਫਿਕ ਰਿਲੈਕਸੇਸ਼ਨ ਹੋ ਸਕਦੀ ਹੈ? ਆਸ਼ੂ ਜੀ, ਕੋਈ ਤੁਸੀਂ ਮੰਨਦੇ ਹੋਗੇ ਕਿ ਰਿਲੈਕਸੇਸ਼ਨ ਕਿਸੇ ਨਾ ਕਿਸੇ ਮਸਲੇ 'ਚ ਮੋਇਸਚਰਾਈਜ਼ਰ ਦਾ ਮਸਲਾ ਚਾਹੇ ਕੋਈ ਹੋਰ ਆ, ਕੁਝ ਇਸ ਕਰੋਨਾ ਦੇ ਦੌਰ 'ਚ ਕੁਝ ਸਪੈਸ਼ਲ ਰਿਲੈਕਸੇਸ਼ਨਸ ਮਿਲ ਜਾਣ? ਜੀ ਜਿਵੇਂ ਹੁਣੇ ਇੱਕ ਕਿਸਾਨ ਭਰਾ ਨੇ ਆਖਿਆ ਸੀਗਾ ਵੀ ਇਹ ਫਸਲ ਆਲਰੇਡੀ ਵਿਸਾਖੀ ਤੋਂ ਵੀ 7-8 ਦਿਨ ਲੇਟ ਹੋ ਰਹੀ ਹੈ ਤੇ ਕੋਈ ਮੋਇਸਚਰ ਦਾ ਇੰਨਾ ਜ਼ਿਆਦਾ ਰੌਲਾ ਆਏਗਾ ਨਹੀਂ। ਸਿਰਫ ਮੋਇਸਚਰ ਉਹਨਾਂ ਫਸਲਾਂ 'ਚ ਆਏਗਾ ਜਿਹੜੀ ਕੋਈ ਰਾਤ ਨੂੰ ਵੱਢੀ ਜਾਏਗੀ ਜਾਂ ਥੋੜੀ ਜ਼ਿਆਦਾ ਸਵੇਰੇ ਵੱਢ ਕੇ ਤੁਸੀਂ ਲਿਆਓਗੇ। ਨਹੀਂ, ਦਿਨ ਦੀ ਵੱਡੀ ਫਸਲ 'ਚ ਮੋਇਸਚਰ ਆਣਾ ਨਹੀਂ ਤੇ ਬਾਏ ਐਂਡ ਲਾਰਜ ਕਿਸੇ ਨੂੰ ਮੁਸ਼ਕਲ ਆਣ ਨਹੀਂ ਵਾਲੀ। ਜੇ ਫਿਰ ਵੀ ਕਿਤੇ ਕੋਈ ਮੁਸ਼ਕਲ ਆਏਗੀ ਅਸੀਂ ਬਿਲਕੁਲ ਡੇ ਟੂ ਡੇ ਆਵਰਲੀ ਮੋਨੀਟਰ ਕਰਦੇ ਪਏ ਹਾਂ। ਅਸੀਂ ਕੋਸ਼ਿਸ਼ ਕਰਾਂਗੇ। ਤੁਸੀਂ ਬਹੁਤ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਹੋਇਆ ਹੈ। ਤੁਸੀਂ ਕਿਸਾਨਾਂ ਨਾਲ ਸਾਨੂੰ ਜੋੜਦੇ ਰਹਿੰਦੇ ਹੋ, ਸਾਨੂੰ ਵੀ ਜ਼ਮੀਨੀ ਹਕੀਕਤ ਪਤਾ ਲੱਗਦੀ ਰਹਿੰਦੀ ਹੈ। ਉਸੇ ਤਰੀਕੇ ਅਸੀਂ ਆਪਣੀਆਂ ਪਾਲਿਸੀਜ਼ ਤੇ ਆਪਣੀਆਂ ਡਾਇਰੈਕਸ਼ਨਸ ਅਮੈਂਡ ਕਰਦੇ ਰਹਿੰਦੇ ਹਾਂ ਜੋ ਅਸੀਂ ਚੰਡੀਗੜ੍ਹ ਤੋਂ ਹੈੱਡਕੁਆਟਰ ਤੋਂ ਇਸ਼ੂ ਕਰਨੀਆਂ ਹੁੰਦੀਆਂ।
ਇਹ ਇਸ ਕਰਕੇ ਅਸੀਂ ਤੁਹਾਡੇ ਚੈਨਲ ਦੇ ਔਰ ਯਾਦਵਿੰਦਰ ਜੀ ਖਾਸ ਤੌਰ ਤੇ ਤੁਹਾਡੇ ਧੰਨਵਾਦੀ ਵੀ ਹੈਗੇ ਆ। ਮੈਂ ਮੰਡੀਆਂ 'ਚ ਗਿਆ ਸੀ ਔਰ ਮੈਨੂੰ ਬਕਾਇਦਾ ਤੌਰ ਤੇ ਉੱਥੇ ਵੀ ਸੁਣਨ ਨੂੰ ਮਿਲਿਆ ਜੀ ਨਿਊਜ਼ 18 ਤੁਹਾਡੇ ਨਾਲ ਜੋੜਦਾ ਹੈ ਤੇ ਸਾਨੂੰ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ। ਮੈਂ ਇਹਦੇ ਵਾਸਤੇ ਸਾਰੇ ਕਿਸਾਨ ਭਰਾਵਾਂ ਵੱਲੋਂ ਔਰ ਸਰਕਾਰ ਵੱਲੋਂ ਵੀ ਤੁਹਾਡਾ ਧੰਨਵਾਦੀ ਹਾਂ। ਪਰ ਜਿਹੜੀ ਗੱਲ ਤੁਸੀਂ ਕਹੀ ਵੀ ਮੋਇਸਚਰ ਕੰਟੈਂਟ ਦੇ ਵਿੱਚ ਕੋਈ ਰਿਲੈਕਸੇਸ਼ਨ ਵਾਲੀ ਗੱਲ, ਜਿਹੜੀ ਮੌਕੇ ਤੇ ਥੋੜੀ ਬਹੁਤ ਰਿਲੈਕਸੇਸ਼ਨ ਹੁੰਦੀ ਹੈ ਉਹ ਇੰਸਪੈਕਟਰ ਆਪਣੇ ਆਪ ਕਰ ਲੈਂਦੇ ਆ, ਪਰ ਜ਼ਿਆਦਾ ਜੇ ਮੋਇਸਚਰ ਆ ਜਾਵੇ ਤਾਂ ਬਿਲਕੁਲ ਨਹੀਂ ਚੱਕ ਹੁੰਦੀ। ਇੱਕ 2 ਘੰਟੇ ਪੱਖਾ ਲਾਉਣ ਤੋਂ ਬਾਅਦ ਮੋਇਸਚਰ ਠੀਕ ਹੋ ਜਾਂਦਾ, ਕੋਈ ਲੰਬਾ ਚੌੜਾ ਉੱਥੇ ਫਰਕ ਨਹੀਂ ਪੈਂਦਾ। ਪਰ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਲੇਬਰ ਘੱਟ ਹੈ ਤੇ ਕੋਸ਼ਿਸ਼ ਇਹ ਹੁੰਦੀ ਹੈ ਕਿਸਾਨ ਭਰਾ ਦੀ ਵੀ ਫਟਾਫਟ ਫਸਲ ਸਾਡੀ ਬੋਲੀ ਲੱਗੇ ਤੇ ਮੈਂ ਉਹਦਾ ਮੁੱਲ ਪਵਾਵਾਂ ਤੇ ਚਲੇ ਜਾਵਾਂ। ਸਾਡੀ ਵੀ ਕੋਸ਼ਿਸ਼ ਇਹੀ ਹੈ ਵੀ ਫਟਾਫਟ ਮੁੱਲ ਲੱਗੇ ਤੇ ਕਿਸੇ ਕਿਸਾਨ ਭਰਾ ਨੂੰ ਖੜਨਾ ਨਾ ਪਵੇ ਅੱਜ ਦੇ ਮਾਹੌਲ ਦੇ ਵਿੱਚ, ਕਿਉਂਕਿ ਸੋਸ਼ਲ ਡਿਸਟੈਂਸ ਸਫਾਈ ਮਾਸਕ ਸੈਨੀਟਾਈਜ਼ਰ ਇਹ ਸਾਰੇ ਨੋਰਮਸ ਪੂਰੇ ਕਰਨੇ ਬਹੁਤ ਜ਼ਰੂਰੀ ਹੈ। ਔਰ ਸਾਨੂੰ ਸਵਾਲ ਲੈ ਲਈਏ ਜਿੱਥੇ ਜਗਮੋਹਨ ਜੀ ਕੀ ਕਹਿਣਾ ਚਾਹੁੰਦੇ ਨੇ। ਜਗਮੋਹਨ ਜੀ ਜਗਮੋਹਨ ਜੀ ਕੀ ਕਹਿਣਾ ਚਾਹੁੰਦੇ ਹੋ ਮੰਤਰੀ ਜੀ ਨੂੰ, ਜਿਹੜੇ ਪਿਛਲੇ ਦਿਨਾਂ ਦੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਤੁਹਾਡੇ ਕੋਲੇ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਕੀ ਆ ਰਹੀਆਂ ਨੇ ਅਜੇ ਕਿਸਾਨ ਆਗੂ ਕਿਸਾਨ ਕੀ ਕਹਿ ਰਹੇ ਨੇ, ਤਾਂ ਕਿ ਆਪਾਂ ਉਹ ਮਸਲੇ ਨੂੰ ਘੱਟੋ ਘੱਟ ਸਰਕਾਰ ਤੱਕ ਪਹੁੰਚਾ ਸਕੀਏ, ਸਰਕਾਰ ਉਹਦਾ ਹੱਲ ਕਰੇ। ਮੰਤਰੀ ਸਾਹਿਬ ਇੱਕ ਬੇਨਤੀ ਹੈ ਜੀ ਬਹੁਤ ਸਤਿਕਾਰ ਨਾਲ ਕਿ ਜਿਹੜਾ ਮੋਇਸਚਰ ਦੀ ਮਿਕਦਾਰ ਹੈ ਸੈਂਟਰ ਗਵਰਨਮੈਂਟ ਨਿਸ਼ਚਿਤ ਕਰਦੀ ਆ ਤੇ ਸਾਡੇ ਧਿਆਨ ਚ ਅਸੀਂ 30 ਸਾਲਾਂ ਤੋਂ ਹੋ ਗਿਆ ਕਿਸਾਨੀ ਚ ਕੰਮ ਕਰਦਿਆਂ ਨੂੰ ਕਿ 2004 ਦੇ ਵਿੱਚ ਇੱਕ ਸਪੈਸ਼ਲ ਸੈਂਟਰ ਦੀ ਫੂਡ ਮਿਨਿਸਟਰੀ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ ਖਾਸ ਤੌਰ ਤੇ ਸਮੁੰਦਰੀ ਤੱਟ ਦੇ ਜਿਹੜੇ ਸੂਬੇ ਦੇ ਜਿੱਥੇ ਉਦੋਂ ਮਤਲਬ MSP ਤੇ ਸਰਕਾਰੀ ਖਰੀਦ ਸ਼ੁਰੂ ਹੋਈ, ਆਂਧਰਾ ਤਮਿਲਨਾਡੂ ਇਹਨਾਂ ਸੂਬਿਆਂ ਦੇ ਵਿੱਚ ਜਾਨੀ ਉਹਨਾਂ ਨੇ ਮੋਇਸਚਰ ਦੇ ਕਣਕ ਦੇ ਵਿੱਚ 2 ਤੇ ਝੋਨੇ ਦੇ ਵਿੱਚ 3, ਜਾਨੀ ਵੀਟ ਚ 2 ਤੇ ਪੈਡੀ 3, ਸਾਡੇ ਨਾਲੋਂ ਵੱਧ ਮੋਇਸਚਰ ਵਾਲੀ ਕਣਕ ਉੱਥੇ ਸਰਕਾਰੀ ਤੌਰ ਤੇ ਖਰੀਦੀ ਜਾਂਦੀ ਹੈ। FCI ਨੇ ਔਰ ਫੂਡ ਮਿਨਿਸਟਰੀ ਨੇ ਉੱਥੇ 3 ਦੀ ਛੋਟ ਦਿੱਤੀ ਹੋਈ ਆ। ਉਹ ਜਿਹੜੀ ਆ ਉਹ ਕਿਉਂਕਿ ਸਮੁੰਦਰੀ ਤੱਟ ਹੋਣ ਕਰਕੇ ਉੱਥੇ ਹਵਾ 'ਚ ਮੋਇਸਚਰ ਜ਼ਿਆਦਾ ਹੁੰਦਾ ਹੈ। ਜੇ ਇਸ ਵਾਰੀ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਪਤਾ ਸੀ ਵੀ ਅਸੀਂ 1 ਦੀ ਬਜਾਏ 15 ਅਪ੍ਰੈਲ ਨੂੰ ਇਸ ਕਰਕੇ ਖਰੀਦ ਰਹੇ ਹਾਂ ਕਿ ਬਾਰਿਸ਼ਾਂ ਕਰਕੇ ਕਣਕ ਲੇਟ ਆਉਣੀ ਆ, ਤਾਂ ਕਣਕ ਲੇਟ ਆਉਣੀ ਉੱਥੇ ਮੋਇਸਚਰ ਜ਼ਿਆਦਾ ਹੋਣਾ। ਹੁਣ ਬਾਰਿਸ਼ਾਂ ਨੇ ਅੱਗੇ ਵੀ ਬਾਰਿਸ਼ਾਂ ਦੀ ਸੰਭਾਵਨਾ ਮੌਸਮ ਵਿਭਾਗ ਕਹਿ ਰਿਹਾ, ਇਸ ਕਰਕੇ ਬਹੁਤ ਸਤਿਕਾਰ ਨਾਲ ਫੂਡ ਮਿਨਿਸਟਰ ਸਪਲਾਈ ਮੰਤਰੀ ਸਤਿਕਾਰਯੋਗ ਨਾਲ ਨੂੰ ਬੇਨਤੀ ਆ ਕਿ ਤੁਸੀਂ ਇਹ ਸੈਂਟਰ ਨਾਲ ਮਾਮਲਾ ਲਓ ਅਤੇ ਜਿਸ ਤਰ੍ਹਾਂ ਉਹ ਸਮੁੰਦਰੀ ਤੱਟ ਵਾਲਿਆਂ ਨੂੰ ਮੋਇਸਚਰ ਛੋੜ ਦਿੰਦੇ ਨੇ, ਇੱਥੇ ਵੀ ਜਿਹੜੇ ਬੇਮੌਸਮੀ ਬਾਰਿਸ਼ਾਂ ਕੁਦਰਤੀ ਆਫਤ ਆ ਉਹ ਉੱਥੇ ਸਮੁੰਦਰ ਦੇ ਨੇੜੇ ਨੇ, ਉਹ ਅਸੀਂ ਸਾਡੇ ਮੀਂਹ ਜ਼ਿਆਦਾ ਪੈ ਗਏ, ਪਹਿਲਾਂ ਮੀਂਹ ਤੇ ਹੁਣ ਵੀ ਪੈ ਰਹੇ ਨੇ, ਉਹ 2 ਜਾਂ 3 ਜਿਹੜਾ ਮੋਇਸਚਰ ਹੈ ਉਹਦੀ ਛੋਟ ਪੰਜਾਬ ਦੇ ਜਾਂ ਹਰਿਆਣੇ ਦੇ ਕਿਸਾਨ ਬਾਰਿਸ਼ ਹੁੰਦੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਪੱਕਾ ਹੀ ਕਾਨੂੰਨ ਬਣ ਜਾਣਾ ਚਾਹੀਦਾ ਤੇ ਐਤਕੀ ਪੂਰਾ ਜ਼ੋਰ ਦੇ ਕੇ ਸਕਦੇ ਨੇ ਔਰ ਲੈ ਲੈਣੀ ਚਾਹੀਦੀ ਹੈ। ਆਉਣ ਵਾਲੇ ਦਿਨ ਬਾਰਿਸ਼ਾਂ ਦੀਆਂ ਹੋਰ ਸੰਭਾਵਨਾ ਹੈਗੀਆਂ ਨੇ। ਟਾਟ ਦਾ ਨੋਟੀਫਿਕੇਸ਼ਨ ਸੈਂਟਰ ਗਵਰਨਮੈਂਟ ਦਾ ਹੈਗਾ, ਸਮੁੰਦਰੀ ਤੱਟ ਦੇ ਏਰੀਆ ਆਸ਼ੂ ਜੀ ਦਾ ਜਵਾਬ ਦੇਣਾ ਸਾਡੇ ਪੰਜਾਬ ਆਸ਼ੂ ਜੀ ਕੀ ਇਹਦੇ ਚ ਜਗਮੋਹਨ ਜੀ ਅਸੀਂ ਆਸ਼ੂ ਜੀ ਤੋਂ ਅਸੀਂ ਜਵਾਬ ਲੈਣੇ। ਆਸ਼ੂ ਜੀ ਕੀ ਲੱਗਦਾ ਤੁਹਾਨੂੰ ਜੇ ਸਮੁੰਦਰੀ ਤੱਟ ਵਾਲੇ ਸੂਬਿਆਂ ਚ ਮਿਲ ਸਕਦੀ ਹੈ, ਕੀ ਕਹਿਣਾ ਚਾਹੁੰਦੇ ਹੋ? ਜੀ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਜਿੱਦਾਂ ਇਸ਼ੂ ਸਾਹਮਣੇ ਆਉਂਦਾ ਹੈ ਉਹ ਇੱਕੋ ਦਮ ਟੇਕ ਅਪ ਹੁੰਦਾ ਹੈ। ਕੱਲ ਇਸ਼ੂ ਸਾਹਮਣੇ ਆਇਆ ਜਿਹੜੇ ਰਾਜਪੁਰਾ ਔਰ ਪਟਿਆਲੇ ਦੀਆਂ ਕੁਝ ਮੰਡੀਆਂ 'ਚ ਜਿਹੜੀ ਕਣਕ ਆਈ ਉਹ ਥੋੜਾ ਦਾਣਾ ਬਰੀਕ ਸ਼੍ਰਿਵਲਡ ਕਣਕ ਆਈ ਤੇ ਉਹ FCI ਨੇ ਉਹਦੇ ਤੇ ਵੀ ਆਬਜੈਕਟ ਕੀਤਾ ਤੇ ਇਮੀਡੀਏਟ ਸੈਂਪਲ ਲਿਆ ਕੇ FCI ਦੀ ਲੈਬ ਵਿੱਚ ਉਹ ਭੇਜਿਆ ਗਿਆ, ਉਹਨੂੰ ਪਾਸ ਕਰਾ ਕੇ ਤਾਂ ਕਿ ਪ੍ਰੋਕਿਉਰਮੈਂਟ ਸ਼ੁਰੂ ਹੋ ਸਕੇ। ਇਸੇ ਤਰੀਕੇ ਜਿਵੇਂ ਆ ਇਸ਼ੂ ਆਇਆ ਵੀ ਬਾਰਿਸ਼ ਪੈ ਗਈ ਤੇ ਇਹਦੇ ਨਾਲ ਥੋੜਾ ਜਿਹਾ ਮੋਇਸਚਰ ਕੰਟੈਂਟ ਵੱਧ ਸਕਦਾ ਹੈ, ਜਾਂ ਜਿਵੇਂ ਜਿਵੇਂ ਪ੍ਰੋਕਿਉਰਮੈਂਟ 'ਚ ਫਸਲ ਆਏਗੀ ਇਹ ਪਤਾ ਲੱਗੇਗਾ ਵੀ ਬਕਾਇਦਾ ਤੌਰ ਤੇ ਇਹਦੇ 'ਚ ਮੋਇਸਚਰ ਜ਼ਿਆਦਾ ਆ ਰਹੀ ਹੈ ਤਾਂ ਬਿਲਕੁਲ ਇਹ ਇਸ਼ੂ ਨਾਲ ਦੀ ਨਾਲ ਸੈਂਟਰ ਗਵਰਨਮੈਂਟ ਨਾਲ ਟੇਕ ਅਪ ਕੀਤੇ ਜਾ ਰਹੇ ਆ। ਬਿਲਕੁਲ ਕੋਈ ਇਸ਼ੂ ਇਹੋ ਜਿਹਾ ਨਹੀਂ ਹੋਏਗਾ। ਮੈਂ ਤੁਹਾਨੂੰ ਇੱਕ ਐਡੀਸ਼ਨਲ ਇਸ਼ੂ ਦੱਸ ਰਿਹਾ ਵੀ ਪਟਿਆਲੇ ਦੀਆਂ ਮੰਡੀਆਂ 'ਚ ਜਿਹੜੀ ਕੱਲ ਤਾਈ ਹੁਣ ਕਣਕ ਆਈ ਹੈ ਉਹ ਥੋੜੀ ਸ਼੍ਰਿਵਲਡ ਕਣਕ ਸੀਗੀ, ਥੋੜੀ ਉਹ ਬਰੀਕ ਦਾਣਾ ਸੀਗਾ, ਉਹਦੇ 'ਚ ਵੀ ਮੁਸ਼ਕਿਲ ਆਈ ਹੈ। FCI ਨੇ ਮਨਾ ਕਰਿਆ, ਅਸੀਂ ਉਹ ਚੱਕ ਕੇ FCI ਦੀ ਲੈਬ 'ਚ ਟੈਸਟਿੰਗ ਵਾਸਤੇ ਭੇਜ ਦਿੱਤੀ ਤੇ ਉਹਨਾਂ ਦੀ ਇਜਾਜ਼ਤ ਲੈਣ ਤੋਂ ਬਾਅਦ ਉਹ ਵੀ ਪ੍ਰੋਕਿਉਰਮੈਂਟ ਸ਼ੁਰੂ ਕਰ ਦੇਣੀ ਹੈ। ਇਸੇ ਤਰੀਕੇ ਅਗਰ ਕੋਈ ਨਵਾਂ ਇਸ਼ੂ ਵੀ ਸਾਹਮਣੇ ਆਉਂਦਾ ਅਸੀਂ ਉਹਦੇ ਤੇ ਵੀ ਇਮੀਡੀਏਟਲੀ ਉਹਨੂੰ ਐਡਰੈਸ ਕਰਨ ਲਈ ਐਕਸ਼ਨ ਕਰਾਂਗੇ। ਆਸ਼ੂ ਜੀ ਇੱਕ ਇਸ਼ੂ ਸਾਹਮਣੇ ਆ ਰਿਹਾ ਕਿ ਜਿਹੜਾ ਤੁਹਾਡਾ ਪਾਸ ਵਾਲਾ ਸਿਸਟਮ ਸੀ ਉਹ ਫੇਲ ਹੁੰਦਾ ਨਜ਼ਰ ਆ ਰਿਹਾ। ਅੱਜ ਕੁਝ ਆੜਤੀਆਂ ਨਾਲ ਸਾਡੀ ਗੱਲ ਹੋਈ, ਆੜਤੀ ਇਹ ਕਹਿ ਰਹੇ ਆ ਕਿ ਜੀ ਮੈਨੂਅਲ ਬਣਨ ਲੱਗ ਗਏ, ਹੁਣ ਉਹ ਗੜਬੜ ਨਜ਼ਰ ਆ ਰਹੀ ਹੈ, ਉਹ ਸਿਸਟਮ ਕਿਤੇ ਪੂਰਨ ਤੌਰ ਤੇ ਠੀਕ ਨਹੀਂ ਆ, ਇਹ ਸਵਾਲ ਵੀ ਆ ਰਿਹਾ। ਜੀ
ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਜੀ। ਜਿਹੜੇ ਪਹਿਲੇ 1-2 ਦਿਨ ਜਦੋਂ ਅਸੀਂ ਇਨੀਸ਼ੀਅਲੀ ਸ਼ੁਰੂ ਹੋਏ ਸੀਗੇ, ਕਿਉਂਕਿ ਸਿਸਟਮ ਨਵਾਂ ਆ, ਤੁਸੀਂ ਵੀ ਜਾਣਦੇ ਹੋ, ਉਹਦੇ ਵਿੱਚ ਕੋਈ ਮੁਸ਼ਕਿਲਾਂ ਸਾਹਮਣੇ ਆਈਆਂ ਤੇ ਸਾਰੇ ਆੜਤੀ ਭਰਾਵਾਂ ਨੂੰ ਲੈ ਕੇ ਜਿਸ ਤਰੀਕੇ ਉਹਨਾਂ ਦੇ ਸੁਜੈਸ਼ਨਸ ਆਏ ਉਸ ਤਰੀਕੇ ਸਾਡੇ ਐਗਰੀਕਲਚਰ ਡਿਪਾਰਟਮੈਂਟ ਔਰ ਮੰਡੀ ਅਫਸਰ ਦੇ ਅਧਿਕਾਰੀ ਦਿਨ ਰਾਤ ਕੰਮ ਕਰ ਰਹੇ। ਉਹਨਾਂ ਨੇ ਦੁਬਾਰਾ ਪਾਸਿਸ ਇਸ਼ੂ ਕੀਤੇ ਨਵੇਂ। ਉਹ ਪਾਸਿਸ ਮੈਂ ਤੁਹਾਨੂੰ ਦੱਸਦਾ, ਕੱਲ 69,000 ਇਸ਼ੂ ਕੀਤੇ ਗਏ, ਅੱਜ ਤਕਰੀਬਨ 80,000 ਇਸ਼ੂ ਕੀਤੇ ਗਏ ਔਰ ਤਕਰੀਬਨ 21,800 ਸਮਥਿੰਗ ਆੜਤੀਆਂ ਕੋਲ ਪਾਸਿਸ ਪਹੁੰਚ ਗਏ। ਇਹ ਕੱਲ ਵੀ ਇੰਨਾ ਹੀ ਮਿਕਦਾਰ ਦੇ ਵਿੱਚ ਦਿੱਤੇ ਜਾਣਗੇ। ਇਸ ਤੋਂ ਬਾਅਦ ਜਿਹੜੇ ਪਾਸਿਸ ਇਸ਼ੂ ਹੋਣਗੇ ਉਹ ਮੰਡੀ ਦੇ ਵਿੱਚ ਲਿਫਟਿੰਗ ਦੇ ਹਿਸਾਬ ਦੇ ਨਾਲ ਜਿੱਦਾਂ ਜਿੱਦਾਂ ਕਣਕ ਲਿਫਟਿੰਗ ਹੋਈ ਜਾਏਗੀ ਤੇ ਉੱਥੇ ਸਪੇਸ ਬਣੀ ਜਾਏਗਾ। ਆੜਤੀਆਂ ਤੋਂ ਇਨਫੋਰਮੇਸ਼ਨ ਲੈ ਕੇ ਮੰਡੀ ਅਫਸਰ ਉਹਨਾਂ ਦੀ ਸਲਾਹ ਦੇ ਨਾਲ ਰੈਸ਼ਨਲ ਡਿਸਟ੍ਰੀਬਿਊਸ਼ਨ ਨਾਲ ਉਹ ਪਾਸਿਸ ਇਸ਼ੂ ਕਰਨਗੇ। ਫਿਰ ਵੀ ਜੇ ਕਿਤੇ ਮੁਸ਼ਕਿਲ ਸਾਹਮਣੇ ਆਂਦੀ ਰਹੀ, ਅਸੀਂ ਮੌਕੇ ਤੇ ਇੱਕੋ ਦਮ ਐਕਸ਼ਨ ਲਵਾਂਗੇ, ਕਿਉਂਕਿ ਮੰਡੀ ਆਫਿਸ ਦੇ ਵਿੱਚ ਵੀ ਕੰਟਰੋਲ ਰੂਮ ਬਣਿਆ ਹੋਇਆ ਹੈ ਜਿਹੜਾ ਸਵੇਰ ਤੋਂ ਸ਼ਾਮ ਤੱਕ ਮੋਨੀਟਰ ਕਰਦਾ, ਔਰ ਫੂਡ ਦੇ ਡਿਪਾਰਟਮੈਂਟ ਦੇ ਸਾਡੇ ਆਫੀਸਰ ਵੀ ਸਵੇਰ ਤੋਂ ਸ਼ਾਮ ਤੱਕ ਪ੍ਰੋਕਿਉਰਮੈਂਟ ਮੋਨੀਟਰ ਕਰ ਰਹੇ ਆ ਮੰਡੀ ਵਾਈਜ਼। ਸਰਕਾਰ ਕਿਸਾਨਾਂ ਨੂੰ ਹੋਰ ਸਹੂਲਤਾਂ ਮਿਲਣ ਉਹਦੇ ਵਾਸਤੇ ਵੀ ਐਕਸ਼ਨ ਕਰਨ ਜਾ ਰਹੀ। ਕਿਸਾਨਾਂ ਨਾਲ ਗੱਲ ਕਰਦੇ ਨਾਲੇ ਤਾਂ ਮੰਡੀ ਦਿਖਾ ਦਈਏ, ਜਿਹੜੇ ਸਾਡੇ ਨਾਲ ਨਵੇਂ ਦਰਸ਼ਕ ਜੁੜੇ ਨੇ ਉਹਨਾਂ ਨੂੰ ਦਿਖਾਉਂਦੇ ਆ ਕਿ ਕਿਸ ਤਰੀਕੇ ਦੇ ਨਾਲ ਤੜਕਾ ਆ ਗਿਆ, ਮੀਂਹ ਕਿਸ ਤਰੀਕੇ ਨਾਲ ਪਿਆ ਔਰ ਕਿਸ ਤਰ੍ਹਾਂ ਮੰਡੀਆਂ 'ਚ ਕਿਸਾਨਾਂ ਦੀ ਫਸਲ ਰੁਲੀ ਹੈ ਔਰ ਕਿਸ ਤਰ੍ਹਾਂ ਗਾਵਾਂ ਦੇਖ ਸਕਦੇ ਹੋ ਤੁਸੀਂ ਮੰਡੀਆਂ 'ਚ ਆ ਕੇ। ਗਾਵਾਂ ਨੇ ਜਿਹੜੀਆਂ ਜ਼ਰੂਰ ਅਸੀਂ ਕਿਸਾਨਾਂ ਨੂੰ ਕਹਾਂਗੇ ਉਹਨਾਂ ਨੂੰ ਘੱਟੋ ਘੱਟ ਤੁਸੀਂ ਦੂਰ ਕਰੋ, ਜੇ ਅਧਿਕਾਰੀ ਆ ਕੇ ਨਹੀਂ ਕਰਦੇ ਇੱਥੇ ਦਾ ਪ੍ਰਬੰਧ ਨਹੀਂ ਕਰਦਾ। ਤੁਸੀਂ ਦੇਖੋਗੇ ਆਹ ਨਜ਼ਾਰਾ ਦੇਖੋ, ਗਾਵਾਂ ਆ ਕੇ ਕਣਕ ਜਿਹੜੀ ਫਸਲ ਆ ਉਹ ਖਾ ਰਹੀਆਂ ਨੇ। ਇਸ ਤਰ੍ਹਾਂ ਦਾ ਹਾਲ ਵੀ ਆ ਮੰਡੀਆਂ ਦਾ। ਇਹ ਵੀ ਅਸੀਂ ਸਵਾਲ ਮੰਤਰੀ ਜੀ ਨੂੰ ਕਰਾਂਗੇ। ਲੇਬਰ ਵਾਲਾ ਤੁਸੀਂ ਕਹਿ ਰਹੇ ਸੀ ਕਿ ਲੇਬਰ ਵਾਲੀ ਗੱਲ ਕਾਫੀ ਇੰਪੋਰਟੈਂਟ ਆ, ਲੇਬਰ ਦੀ ਘਾਟ ਕਰਕੇ ਸਮੱਸਿਆ ਆ ਰਹੀ ਹੈ। ਲੇਬਰ ਵਾਲੀ ਤਾਂ ਜਿਹੜੀ ਹੈ ਜੀ, ਜੋ ਕਿ ਕਿਸਾਨ ਨਾ ਆੜਤੀ ਕਿਸਾਨ ਤੇ ਇੰਸਪੈਕਟਰ ਇਹ ਕਹਿ ਰਿਹਾ ਵੀ ਸ਼ੈੱਡਾਂ ਕਣਕ ਤਾਰੀ ਜਾਵੇ, ਕਿਉਂਕਿ ਮਾਰਕੀਟ ਕਮੇਟੀ ਵਾਲੇ ਕਿਉਂ ਨਹੀਂ ਅੰਦਰ ਤਾਰ ਦਿੰਦੇ ਆ। ਬਾਕੀ ਥਾਵਾਂ ਦੇ ਉੱਤੇ ਵੀ ਉਹ ਕਈ ਥਾਵਾਂ ਤੇ ਖੁੱਲੀਆਂ ਵੀ ਨੇ ਮੰਡੀਆਂ, ਸਵਾਲ ਹੀ ਨਹੀਂ ਆਏਗਾ। ਤੁਹਾਨੂੰ ਕੀ ਲੱਗਦਾ ਲੇਬਰ ਵਾਲੀ, ਜੇ ਲੇਬਰ ਵਾਲੀ ਸਮੱਸਿਆ ਵੀ ਪ੍ਰੋਪਰ ਸੋਲਵ ਹੋ ਜੇ, ਸਕਿਲਡ ਲੇਬਰ ਹੋਵੇ ਤਾਂ ਜਲਦੀ ਮਸਲਾ ਹੱਲ ਹੋਵੇ, ਕਿਉਂਕਿ ਸਕਿਲਡ ਲੇਬਰ ਚਲੀ ਗਈ, ਅਸੀਂ ਇੱਕ ਦਿਨ ਪਹਿਲਾਂ ਹੀ ਪਤਾ ਕੀਤਾ। ਹਾਂ ਬਿਲਕੁਲ, ਲੇਬਰ ਚਲੇ ਗਈ, ਲੇਬਰ ਦੇ ਕਾਰਨ ਵੀ ਦਿੱਕਤ ਆ ਰਹੀ ਹੈ। ਬਾਕੀ ਮੇਨ ਚੀਜ਼ ਤਾਂ ਜਿਹੜੀ ਹੈ ਇੰਸਪੈਕਟਰ ਕਣਕ ਨਹੀਂ ਭਰਦਾ, ਮੇਨ ਦਿੱਕਤ ਇਹ ਹੈ। ਇਹ ਬੰਦੇ 2 ਦਿਨ ਦੇ ਬੈਠੇ, 2 ਦਿਨ ਦੇ ਬਾਅਦ ਅੱਜ ਵੀ ਨਹੀਂ ਭਰਦੀ, ਕੱਲ ਨੂੰ ਤੀਜਾ ਦਿਨ ਆ ਗਿਆ। ਇਹਦੇ ਨਾਲ ਮੰਤਰੀ ਜੀ ਨਾਲ ਨੇ, ਆਸ਼ੂ ਜੀ, ਸਵਾਲ ਕਿਸਾਨ ਲਗਾਤਾਰ ਇਹ ਕਰ ਰਹੇ ਨੇ ਕਿ ਇੱਕ ਤਾਂ ਲੇਬਰ ਦੀ ਘਾਟ ਹੈ, ਇੰਸਪੈਕਟਰ ਤੁਹਾਡੇ ਖਰਾਬ ਕਰਦੇ ਆ। ਕਹਿੰਦੇ ਥੋੜਾ ਜਿਹਾ, ਜੇ ਤੁਸੀਂ ਇਹਨਾਂ ਦਾ ਇਲਜ਼ਾਮ ਆ, ਇਹ ਇਲਜ਼ਾਮ ਆ ਕਿਸਾਨਾਂ ਦਾ ਕਿ ਇੰਸਪੈਕਟਰ ਤੁਹਾਡੇ ਖਰਾਬ ਕਰਦੇ ਨੇ, ਤੇ ਲੇਬਰ ਵਾਲੀ ਇਹ ਕਹਿ ਰਹੇ ਨੇ। ਔਰ ਮੰਡੀਆਂ ਦੇ ਅੰਦਰ ਥੋੜਾ ਜਿਹੜਾ ਆਲੇ ਦੁਆਲੇ ਗਾਵਾਂ ਆ ਜਾਂਦੀਆਂ ਨੇ, ਪਸ਼ੂ ਆ ਜਾਂਦੇ ਨੇ, ਇਹ ਵੀ ਜਿਹੜੀਆਂ ਮੰਡੀਆਂ ਚਾਹੁੰਦੇ ਨੇ, ਸਾਰੀਆਂ 'ਚ ਨਹੀਂ ਹੋਣਾ ਇਹ, ਕਈ ਮੰਡੀਆਂ ਖੁੱਲੀਆਂ ਨੇ ਕਿ ਸ਼ੈੱਡ ਆ, ਇਹ ਵੀ ਥੋੜਾ ਪ੍ਰਬੰਧ ਕਰੋ ਜੇ ਆਉਣ ਵਾਲੇ ਗਾਵਾਂ ਵੱਡੇ ਪੱਧਰ ਤੇ ਆ ਰਹੀਆਂ ਨੇ ਬਹੁਤ ਸਾਰੀਆਂ ਥਾਵਾਂ ਤੇ। ਜੀ 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 ਮੈਂ ਯਾਦਵਿੰਦਰ ਜੀ ਇਹਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹਨਾ, ਲੇਬਰ ਬਾਰੇ। ਇੱਕ ਇਹਦੇ 'ਚ ਵੀ ਹਰ ਚੀਜ਼ 'ਚ ਕੋਈ ਚੰਗੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ। ਇਹਦੇ 'ਚ ਵੀ ਨਿਕਲ ਕੇ ਆਈ, ਮੈਨੂੰ ਅੱਜ ਟੈਲੀਫੋਨ ਤੇ ਦਿਖਾਇਆ ਗਿਆ ਬਈ ਸਾਡੇ ਨਵੀਂ ਜਨਰੇਸ਼ਨ, ਨਵੇਂ ਮੁੰਡੇ, ਹੁਣ ਤਾਂ ਹੀ ਇਹ ਵੀ ਯੂਪੀ ਬਿਹਾਰ ਤੋਂ ਲੇਬਰ ਆਏਗੀ ਤੇ ਫਸਲ ਵੱਢੇਗੀ। ਆਪਣੀ ਜਨਰੇਸ਼ਨ ਨਵੀਂ ਆਪਣੇ ਬਜ਼ੁਰਗਾਂ ਨਾਲ ਰਲ ਕੇ ਅੱਜ ਫਸਲ ਵੱਢ ਰਹੀ ਹੈ ਤੇ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਵੀ ਸਾਡੀ ਨਵੀਂ ਜਨਰੇਸ਼ਨ ਉਹੀ ਪੁਰਾਣਾ ਕਲਚਰ ਵਾਪਸ ਆ ਗਿਆ, ਆਪਣੀ ਫਸਲ ਨੂੰ ਸਾਂਭਣ ਦਾ। ਇਹ ਦੇਖਣ ਨੂੰ ਮਿਲਿਆ ਇਸ ਕਰੋਨਾ ਦੇ ਟਾਈਮ ਦੇ ਵਿੱਚ। ਤੇ ਜਿਹੜੀ ਠੀਕ ਹੈ, ਬਿਲਕੁਲ ਤੁਸੀਂ ਕਹਿ ਰਹੇ ਹੋ ਵੀ ਸਕਿਲਡ ਲੇਬਰ ਨਹੀਂ ਹੈ, ਪਰ ਮਨਰੇਗਾ ਦੀ ਲੇਬਰ ਸਭ ਜਗ੍ਹਾ ਆ ਚੁੱਕੀ ਹੋਈ ਹੈ। ਥੋੜਾ ਜਿਹਾ ਪ੍ਰੋਕਿਉਰਮੈਂਟ ਸਲੋ ਜ਼ਰੂਰ ਹੋ ਜਾਏਗੀ। ਅੱਜ ਬਾਰਿਸ਼ ਜ਼ਰੂਰ ਪਈ ਹੈ, ਉਹਦੇ ਕਰਕੇ ਤੁਹਾਨੂੰ ਇਹ ਲੱਗ ਰਿਹਾ ਵੀ ਹਾਲਾਤ ਥੋੜੇ ਜਿਹੇ ਮਾੜੇ ਹੈ। ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਵੀ ਪਾਸਿਸ ਵਾਲੇ ਇਸ਼ੂ ਤੇ ਮੈਂ ਨਹੀਂ ਕਹਿੰਦਾ 100% ਠੀਕ ਹੋ ਜਾਣਗੇ, ਪਰ ਕਾਫੀ ਹੱਦ ਤੱਕ ਉਹਦੇ 'ਚ ਸੁਧਾਰ ਲਿਆਂਦਾ ਗਿਆ। ਸਾਡੇ ਮੰਡੀ ਬੋਰਡ ਦੇ ਅਧਿਕਾਰੀ ਬੜੇ ਮਿਹਨਤ ਨਾਲ ਉਹਦੇ ਵਿੱਚ ਕਿਤੇ ਕਿਤੇ ਜੋ ਮੁਸ਼ਕਿਲ ਆ ਰਹੀ ਹੈ ਉਹਨੂੰ ਦੂਰ ਕਰਦੇ ਜਾ ਰਹੇ ਆ। ਤੇ ਜਿਹੜੀ ਪ੍ਰੋਕਿਉਰਮੈਂਟ ਹੋਏਗੀ ਤੁਸੀਂ ਦੇਖਿਓ ਕਿੰਨੀ ਸਮੂਥ ਚੱਲੇਗੀ, ਨਿਰਵਿਘਨ ਚੱਲੇਗੀ। ਥੋੜੀ ਸਲੋ ਜ਼ਰੂਰ ਹੋਏਗੀ ਕਿਉਂਕਿ ਕਰੋਨਾ ਦੀ ਮਹਾਮਾਰੀ ਤੁਸੀਂ ਦੇਖਿਆ ਹੋਣਾ ਹੁਣ ਵੀ ਡਿਸਟ੍ਰਿਕਟ ਵਾਈਜ਼ ਕਿਸ ਤਰੀਕੇ ਵੱਧਦੀ ਜਾ ਰਹੀ ਹੈ। ਸਾਨੂੰ ਕਿਸਾਨ ਨੂੰ ਸੇਫ ਰੱਖਣਾ ਇਹ ਸਭ ਤੋਂ ਵੱਡੀ ਜ਼ਰੂਰਤ ਬਣ ਗਈ ਹੈ। ਸੋਸਾਇਟੀ 'ਚ ਲੋਕਾਂ 'ਚ ਬਿਮਾਰੀ ਨਾ ਫੈਲੇ, ਉਹਦੇ ਵਾਸਤੇ ਉਹਨਾਂ ਨੂੰ ਕਿਸ ਤਰੀਕੇ ਸੰਭਾਲਣਾ ਹੈ ਤੇ ਨਾਲ ਉਹਨਾਂ ਦੀ ਮਿਹਨਤ, ਉਹਨਾਂ ਦੇ ਪਸੀਨੇ ਦੀ ਜਿਹੜੀ ਕਮਾਈ ਹੈ ਉਹਨੂੰ ਕਿਸ ਤਰੀਕੇ ਪ੍ਰੋਕਿਉਰ ਕਰਕੇ ਉਹਨੂੰ ਉਹਦਾ ਮਿਹਨਤਾਨਾ ਉਹਦੇ ਤਾਈਂ ਪਹੁੰਚਾਉਣਾ ਹੈ। ਇਹ ਬਹੁਤ ਵੱਡੀ ਔਰ ਬਹੁਤ ਚੈਲੰਜਿੰਗ ਗੱਲ ਹੈ। ਤੁਸੀਂ ਸਾਡਾ ਸਾਥ ਦੇ ਰਹੇ ਹੋ, ਸਾਨੂੰ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾ ਰਹੇ ਹੋ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜੋ ਤੁਸੀਂ ਸਾਨੂੰ ਸਾਡੇ ਸਾਹਮਣੇ ਮੁਸ਼ਕਲ ਲਿਆਉਂਦੇ ਹੋ, ਅਸੀਂ ਅਗਲੇ ਦਿਨ ਉਹਦਾ ਹੱਲ ਕਰਕੇ ਮੰਡੀਆਂ 'ਚ ਭੇਜ ਦਈਏ। ਜੀ
ਆਸ਼ੂ ਜੀ ਅਸੀਂ ਤੁਹਾਡੇ ਕੋਲ ਦੁਬਾਰਾ ਆਉਂਦੇ ਹਾਂ ਔਰ ਇਹ ਵੀ ਸਵਾਲ ਕਿਉਂਕਿ ਇੱਕ ਰੀਥਿੰਕ ਹੋ ਰਿਹਾ ਕਿ ਹਰ ਪਿੰਡ 'ਚ ਮੰਡੀ ਕਿਉਂ ਨਾ ਬਣਾਈ ਜਾਵੇ। ਕਿਤੇ ਕਰੋਨਾ ਦੀ ਬਿਮਾਰੀ ਬਾਕੀ ਪਿੰਡਾਂ ਦੇ ਜਦੋਂ ਬਹੁਤ ਸਾਰੇ ਪਿੰਡਾਂ ਦੇ ਕਿਸਾਨ ਇੱਕ ਥਾਂ ਤੇ ਆ ਰਹੇ ਨੇ, ਕਿਤੇ ਕਰੋਨਾ ਦੀ ਬਿਮਾਰੀ ਇਸ ਕਰਕੇ ਨਾ ਫੈਲ ਜੇ। ਇਹ ਵੀ ਸਵਾਲ ਨੇ ਔਰ ਇਹ ਵੀ ਸਵਾਲ ਹੈ ਕਿ ਆੜਤੀਏ ਕਹਿ ਰਹੇ ਨੇ ਕਿ ਖਾਨੇ ਬਣਾਉਣ ਨੂੰ ਹੁਣ ਉਹਨਾਂ ਨੂੰ ਆਪ ਕਿਹਾ ਜਾ ਰਿਹਾ। ਆੜਤੀਆਂ ਦੇ ਵੀ ਸਵਾਲ ਨੇ, ਹੋਰ ਵੀ ਸਵਾਲ ਨੇ ਸਾਡੇ ਕੋਲੇ। ਇੱਕ ਬ੍ਰੇਕ ਲਈ ਰੁਕਦੇ ਹਾਂ। ਸਿੱਧੀ ਕਵਰੇਜ ਮੰਡੀ ਤੋਂ ਸਾਡੀ ਜਾਰੀ ਹੈ ਤੇ ਸਾਡੇ ਨਾਲ ਜੁੜੇ ਹੋਏ ਨੇ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ BKU ਦੇ ਆਗੂ ਜਗਮੋਹਨ ਸਿੰਘ ਤੇ ਨਿਊਜ਼ 18 ਲਗਾਤਾਰ ਕਿਸਾਨਾਂ ਦੇ ਮਸਲੇ ਉਠਾਉਂਦਾ ਤੇ ਉਠਾਉਂਦਾ ਰਹੇਗਾ। ਇੱਕ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਈਮ। ਮੈਂ ਹਾਂ ਯਾਦਵਿੰਦਰ ਸਿੰਘ। ਕਿਸਾਨੀ ਦੇ ਨਾਲ ਕਿਵੇਂ ਮਾਰਾਂ ਪੈਂਦੀਆਂ ਨੇ, ਕਿਸਾਨੀ ਦਾ ਹਾਲ ਕੀ ਹੈ। ਕਣਕ ਦੀ ਫਸਲ ਆਈ ਹੋਈ ਹੈ, ਮੰਡੀ 'ਚ ਅਸੀਂ ਮੀਂਹ ਪਿਆ ਤੇ ਮੰਡੀ ਦੇ ਹਾਲ ਕੀ ਨੇ ਉਹ ਤੁਸੀਂ ਦੇਖ ਸਕਦੇ ਹੋ। ਬਾਕੀ ਪ੍ਰਬੰਧ ਬੜੇ ਵੱਡੇ ਹੋ ਜਾਂਦੇ ਨੇ ਹਰ ਤਰ੍ਹਾਂ ਦੇ ਸਮਾਗਮਾਂ ਦੇ, ਪਰ ਕਿਸਾਨਾਂ ਦੀ ਫਸਲ ਪੁੱਤਾਂ ਵਾਂਗੂ ਪਾਲੀ ਹੋਈ ਕਿਵੇਂ ਰੁਲਦੀ ਹੈ, ਕਿਵੇਂ ਗਊਆਂ ਆ ਕੇ ਤੁਸੀਂ ਦੇਖ ਸਕਦੇ ਹੋ ਚੱਲ ਰਹੀਆਂ ਨੇ ਉਸ ਫਸਲ ਨੂੰ। ਔਰ ਪਾਣੀ ਦੇ ਅੰਦਰ ਕਿਵੇਂ ਲਗਾਤਾਰ ਇੰਨਾ ਮੀਂਹ ਪਿਆ ਕਿ ਪਾਣੀ ਦੇ ਅੰਦਰ ਪੂਰੀ ਵਹਿ ਚੁੱਕੀ ਹੈ ਫਸਲ ਕਣਕ ਦੀ ਹੈ। ਜੋ ਅਸੀਂ ਦੁਬਾਰਾ ਵਿਜ਼ੂਅਲ ਇਸ ਕਰਕੇ ਤੁਹਾਨੂੰ ਦਿਖਾ ਰਹੇ ਹਾਂ, ਤਸਵੀਰਾਂ ਇਸ ਕਰਕੇ ਦਿਖਾ ਰਹੇ ਹਾਂ ਤਾਂ ਕਿ ਇਹ ਤਸਵੀਰਾਂ ਜ਼ਰੀਏ ਤੁਹਾਨੂੰ ਗਰਾਊਂਡ ਰਿਐਲਿਟੀ ਪਤਾ ਲੱਗੇ ਔਰ ਮੰਤਰੀ ਤੇ ਸਰਕਾਰ ਵੀ ਘੱਟੋ ਘੱਟ ਜਿਹੜੇ ਪ੍ਰਬੰਧ ਨੇ ਉਹ ਪ੍ਰੋਪਰ ਹੋਣ ਹਰ ਥਾਂ ਦੇ ਉੱਤੇ ਔਰ ਪ੍ਰੋਪਰ ਹਰ ਚੀਜ਼ ਹੋਵੇ। ਪਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਇਸ ਵਾਰ ਕਰੋਨਾ ਦੇ ਦੌਰ 'ਚ, ਕਿਉਂਕਿ ਖਤਰਾ ਕਰੋਨਾ ਦਾ, ਕਰੋਨਾ ਕਰਕੇ ਸਭ ਕੁਝ ਹੋ ਰਿਹਾ ਹੈਗਾ ਤੇ ਕਰੋਨਾ ਦੇ ਦੌਰ 'ਚ ਕਿਸ ਤਰੀਕੇ ਨਾਲ ਰਿਲੈਕਸੇਸ਼ਨ ਮਿਲਣ। ਔਰ ਕਿਉਂਕਿ ਹਾਲ ਇਹੋ ਜਿਹਾ, ਸੰਤ ਰਾਮਦਾਸੀ ਦੀ ਇੱਕ ਕਵਿਤਾ, ਗਲ ਲੱਗ ਕੇ ਸੀਰੀ ਦੇ ਜੱਟ ਰੋ ਪਿਆ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਮਿੱਟੀ ਵਿੱਚੋਂ ਪੁੱਤ ਜੱਗਿਆ। ਤਾਂ ਉਹ ਹਾਲ ਇਸ ਮੰਡੀ 'ਚ ਨਜ਼ਰ ਆ ਰਿਹਾ ਹੈ। ਕਿਸਾਨਾਂ ਦਾ ਹਾਲ ਆ ਜਿਹੜਾ ਵੈਸੇ ਹੀ ਪੂਰੇ ਪੰਜਾਬ ਦੇ ਅੰਦਰ ਕੱਲ ਮੁਕਤਸਰ ਦੇ ਅੰਦਰ ਗੜੇਮਾਰੀ ਹੋਈ ਹੈ। ਲਗਾਤਾਰ ਕਿਸਾਨ ਕਹਿੰਦੇ ਹੈਗੇ ਕਿ ਉਹਨਾਂ ਦਾ ਮੁਨਾਫਾ ਘਟਦਾ ਜਾ ਰਿਹਾ, ਲਗਾਤਾਰ ਖਰਚੇ ਵੱਧਦੇ ਜਾ ਰਹੇ ਨੇ, ਕਿਸਾਨ ਇਹ ਕਹਿ ਰਿਹਾ। ਤਾਂ ਸਾਡੇ ਨਾਲ ਕਿਸਾਨ ਆਗੂ ਵੀ ਜੁੜੇ ਹੋਏ ਨੇ, ਸਾਡੇ ਨਾਲ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਜੁੜੇ ਹੋਏ ਨੇ। ਸਵਾਲ ਸਾਡੇ ਸਾਰੇ ਲਗਾਤਾਰ ਅਸੀਂ ਕਰ ਰਹੇ ਹਾਂ। ਸਾਡੇ ਨਾਲ ਜਗਮੋਹਨ ਜੀ ਨੇ, ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ। ਜਗਮੋਹਨ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜਿਹੜੇ ਹੋਰ ਤੁਹਾਡੇ ਕੋਲੇ ਕਿਸਾਨਾਂ ਦੇ ਖਦਸ਼ੇ ਨੇ, ਕਿਸਾਨਾਂ ਦੇ ਸਵਾਲ ਨੇ, ਕਿਸਾਨਾਂ ਦੇ ਸੰਕਟ ਨੇ, ਉਹ ਕਿਹੜੇ ਆ ਰਹੇ ਨੇ? ਦੇਖੋ, ਸਤਿਕਾਰਯੋਗ ਮੰਤਰੀ ਜੀ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਕੁਝ ਸੁਝਾਅ ਦੇਣੇ ਨੇ। ਪਹਿਲੀ ਤਾਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਕਿ ਪਹਿਲੇ ਦਿਨ ਤੋਂ ਹੀ ਜਿਹੜੀ ਇਹ ਕਹਿੰਦੇ ਸਨ ਟਰਾਲੀ 'ਚ 50 ਕੁਇੰਟਲ ਹੋਵੇ, ਇਹਨਾਂ ਨੇ 50 ਕੁਇੰਟਲ ਦੀ ਸ਼ਰਤ ਖਤਮ ਕਰਤੀ। ਫਿਰ ਆਪਣੇ ਖੇਤੀ ਐਗਰੀਕਲਚਰ ਸੈਕਟਰੀ ਨੇ ਕਾਹਨ ਸਿੰਘ ਪੰਨੂ ਹੋਣੀ, ਉਹਨਾਂ ਨੇ ਬਹੁਤ ਇਸ ਗੱਲ ਤੇ ਜ਼ੋਰ ਦਿੱਤਾ ਸੀ ਕੰਡੇ ਫਰਸ਼ੀ ਕੰਡੇ ਉਹਦੇ ਟਰਾਲੀ ਤੋਲ ਕੇ ਭਰ ਲਈ ਜਾਵੇ। 1% ਕਾਰਡ ਜਿਹੜੀ ਆ ਝਾੜ ਫੂਕ ਦੀ ਉਹ ਕੱਟ ਲਈ ਜਾਵੇ। ਉਹ ਇਹਨਾਂ ਨੇ ਨਹੀਂ ਲਾਗੂ ਕੀਤੀ, ਉਹ ਇਹਨਾਂ ਨੂੰ ਲਾਗੂ ਕਰਨੀ ਪਊਗੀ ਔਰ ਕਰ ਦੇਣੀ ਚਾਹੀਦੀ ਆ। ਦੂਜੀ ਪਹਿਲਾਂ ਦੇ ਚੁੱਕੇ ਆ ਵੀ ਇਹਨਾਂ ਨੂੰ ਮੌਇਸਚਰ ਵਾਲਾ ਜਿਹੜਾ ਹੈਗਾ ਇਹ ਰਾਈਟ ਬਣਦਾ ਹੈ। ਜੇ ਤਮਿਲਨਾਡੂ ਆਂਧਰਾ ਪ੍ਰਦੇਸ਼ ਦੇ ਕਿਸਾਨਾਂ ਨੂੰ ਮਿਲ ਸਕਦਾ, ਜਿਹਨੇ 50 ਸਾਲ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਨੇ ਮਤਲਬ ਵੀ ਅੰਨ ਭੰਡਾਰ ਭਰਿਆ, ਉਹਨਾਂ ਨੂੰ ਕਿਉਂ ਨਹੀਂ ਦਵਾਉਂਦੇ? ਇਹ ਹੈ ਜਿੰਨੀ ਛੇਤੀ ਸੰਭਵ ਹੋਵੇ ਇਹ ਮਤਲਬ ਸੈਂਟਰ ਗਵਰਨਮੈਂਟ ਤੋਂ ਮੌਇਸਚਰ ਵਾਲੀ ਛੋੜ ਲੈਣ। ਜੇ ਲੋੜ ਪਈ ਤਾਂ ਵਰਤ ਲਾਂਗੇ, ਨਹੀਂ ਤਾਂ ਆਪਦਾ 14-12 ਜਿੰਨਾ ਨਾਲ ਹੈਗਾ ਉਸ ਤੇ ਖਰੀਦੀ ਜਾਣ। ਕਣਕ ਤਾਂ ਬਹੁਤ ਸੁੱਕੀ ਆਏਗੀ ਜੇ ਬਾਰਿਸ਼ ਨਹੀਂ ਹੋਊਗੀ ਤਾਂ। ਤੀਜਾ ਜਿਹੜਾ ਸੁਝਾਅ ਆ ਬਹੁਤ ਗੰਭੀਰ ਆ, ਉਹ ਇਹ ਸੁਝਾਅ ਆ ਵੀ ਦੇਖੋ ਇਹ ਜਿਹੜਾ ਮਤਲਬ ਮੰਡੀਆਂ ਦਾ ਜਿਹੜਾ ਮਾਮਲਾ ਹੈ ਨਾ, ਜਾਂ ਲੇਬਰ ਦਾ ਮਾਮਲਾ ਹੈ, ਬੜੀਆਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ। ਇਹ ਸ਼ਹਿਰ ਜਿਵੇਂ ਚੰਡੀਗੜ੍ਹ ਦੀ ਮੰਡੀ 'ਚੋਂ ਤੁਸੀਂ ਖੜੇ ਜੇ, ਚੰਡੀਗੜ੍ਹ ਦੀ ਮੰਡੀ ਦੇ ਵਿੱਚ ਲੇਬਰ ਦੀ ਪ੍ਰੋਬਲਮ, ਸਕਿਲਡ ਲੇਬਰ ਦੀ ਪ੍ਰੋਬਲਮ ਆ ਸਕਦੀ ਆ। ਆਪ ਹੀ ਮੰਤਰੀ ਸਾਹਿਬ ਨੇ ਕਿਹਾ ਕਿ ਟ੍ਰੈਡੀਸ਼ਨਲ ਜਿਹੜੀ ਸਾਡੀ ਹੈਗੀ ਉਹ ਸਾਰੇ ਕੰਮ ਜਾਣਦੇ ਨੇ। ਪਿੰਡਾਂ ਦੀ ਲੇਬਰ, ਪਿੰਡਾਂ 'ਚ ਬਹੁਤ ਸਾਰੀਆਂ ਔਰਤਾਂ ਲੇਬਰ ਨੇ। ਜੇ ਇਹਨਾਂ ਸੈਂਟਰਾਂ ਨੂੰ ਡੀਸੈਂਟਰਲਾਈਜ਼ ਜਿਵੇਂ ਇਹਨਾਂ ਨੇ ਕੀਤਾ, ਜਿਵੇਂ ਪਾਸਾਂ ਵਾਲਾ ਵੀ ਇਹਨਾਂ ਨੇ ਇੱਕ ਮਲਟੀਨੈਸ਼ਨਲ ਕੰਪਨੀ ਉਹਨਾਂ ਨੂੰ ਦੇ ਕੇ ਮੁੜ ਕੇ ਆਪਦੇ ਕੋਲ ਲੈਣ ਦਾ DC ਨੂੰ ਵੀ ਅਧਿਕਾਰ ਦੇ ਦਿੱਤੇ ਵੀ ਜਿੱਥੇ ਮਰਜ਼ੀ ਸੈਂਟਰ ਖੋਲ ਸਕਦਾ ਹੈ। ਬਿਲਕੁਲ ਪਿੰਡਾਂ ਦੇ ਵਿੱਚ ਸਕੂਲ ਖਾਲੀ ਨੇ, ਸਕੂਲਾਂ ਦੇ ਗਰਾਊਂਡਾਂ ਨੂੰ, ਸਕੂਲਾਂ 'ਚ ਬਰਾਂਡੇ ਵੀ ਨੇ। ਜਿਹੜਾ ਤਰਪਾਲਾਂ ਦਾ ਇਹਨਾਂ ਨੇ ਵਾਅਦਾ ਕੀਤਾ ਸੀ, ਤਰਪਾਲਾਂ ਬਹੁਤ ਨੇ। ਮੈਂ ਘੱਟੋ ਘੱਟ 26 ਮੰਡੀਆਂ ਦੇ ਵਿੱਚੋਂ ਕੱਲ ਸ਼ਾਮੀ ਜਦੋਂ ਗੜੇਮਾਰੀ ਡਕਾਲਾ, ਇੱਥੇ ਹੋਰ ਅਜ਼ਰੌਰ ਮੰਡੀ ਦੇ ਵਿੱਚ ਹੋਈ ਆ, ਅੱਜ ਸ਼ਾਮੀ ਤੁਹਾਡੇ ਨਾਲ ਬੈਠਣ ਤੋਂ 10 ਮਿੰਟ ਪਹਿਲਾਂ ਪਟਿਆਲੇ ਦੇ ਨੇੜੇ ਤੇ ਫਿਰ ਗੜੇਮਾਰੀ ਹੋਈ ਆ, ਥੋੜੀ ਹੋਈ ਆ, ਇਹ ਚੰਗੀ ਗੱਲ ਆ। ਇਸ ਲਈ ਮੈਂ ਮੰਤਰੀ ਸਾਹਿਬ ਨੂੰ ਸੁਝਾਅ ਦਿੰਦਾ ਕਿ ਮੰਡੀਆਂ ਨੂੰ ਡੀਸੈਂਟਰਲਾਈਜ਼ ਕਰਕੇ ਪਿੰਡਾਂ ਦੇ ਵਿੱਚ ਲੈ ਜਾਓ। ਮੈਂ ਨਹੀਂ ਕਹਿੰਦਾ ਹਰ ਪਿੰਡ 'ਚ ਲੈ ਜਾਓ, ਜਿਹੜੀ ਪਿੰਡ 'ਚ ਥਾਂ ਹੈਗੀ ਆ ਜਿੱਥੇ ਕੋਆਪਰੇਟਿਵ ਸੁਸਾਇਟੀ ਦਾ ਕੋਈ ਵੱਡਾ ਗਰਾਊਂਡ ਹੈਗਾ, ਜਾਂ ਜਿੱਥੇ ਮਤਲਬ ਪਲੇ ਗਰਾਊਂਡ ਹੈਗਾ ਹਾਈ ਸਕੂਲ ਦਾ, ਔਰ ਨਾਲ ਬਰਾਂਡਾ ਹੈ, ਨਾਲ ਕਮਰੇ ਨੇ, ਉੱਥੇ ਡੀਸੈਂਟਰਲਾਈਜ਼ ਕਰਕੇ ਲੈ ਜਾਓ। ਉੱਥੇ ਬੜੇ ਆਰਾਮ ਨਾਲ ਭਰੀਆਂ ਜਾ ਸਕਦੀਆਂ ਨੇ। ਤੋਂ ਹੀ ਪੂਰੇ ਪੰਜਾਬ 'ਚ ਬਹੁਤ ਸਾਰੀਆਂ ਥਾਵਾਂ, ਬਿਲਕੁਲ
ਜਗਮੋਹਨ ਜੀ ਬਹੁਤ ਸਾਰੀਆਂ ਥਾਵਾਂ ਤੇ ਕੱਲ ਵੀ ਮੈਂ ਦੁਬਾਰਾ ਤੁਹਾਡੇ ਕੋਲ ਆਉਣਾ। ਸਾਡੇ ਨਾਲ ਇੱਕ ਕਾਲਰ ਵੀ ਨੇ, ਕਿਸਾਨ ਨੇ, ਇੱਕ ਆੜਤੀਏ ਦਿਦਾਰ ਗਿੱਲ, ਉਹਨਾਂ ਨਾਲ ਗੱਲ ਕਰਦੇ ਆ। ਦਿਦਾਰ ਜੀ ਕੀ ਕਹਿਣਾ ਤੁਹਾਡਾ? ਜਲਦੀ ਆਪਣੀ ਗੱਲ ਰੱਖੋ ਤਾਂ ਕਿ ਮੰਤਰੀ ਤੋਂ ਜਵਾਬ ਲਈਏ। ਹਾਂਜੀ ਯਾਦਵਿੰਦਰ ਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਪਹਿਲਾਂ ਮਾਨਯੋਗ ਮੰਤਰੀ ਸਾਹਿਬ ਨੂੰ ਬੇਨਤੀ ਹੈ ਜੀ ਵੀ ਸਾਡੇ ਮੰਡੀਆਂ ਦੇ ਵਿੱਚ ਇੱਕ ਤਾਂ ਪਾਸਾਂ ਵਾਲੀ ਜਿਹੜੀ ਗੱਲ ਤੁਸੀਂ ਅੱਜ ਚਲੋ ਸਾਨੂੰ ਦੁਹਰਾਈ ਆ ਵੀ ਠੀਕ ਕਰ ਰਹੇ ਆ, ਬਹੁਤ ਵਧੀਆ, ਕਿਉਂਕਿ ਜਿਹੜੀ ਮੰਡੀ ਬੋਰਡ ਨੇ ਸਾਨੂੰ ਐਪਲੀਕੇਸ਼ਨ ਡਾਊਨਲੋਡ ਕਰਵਾਈ ਸੀ ਉਹ ਤਾਂ ਕਲੈਪਸ ਹੋ ਗਈ ਆ। ਨੰਬਰ 2 ਮੇਰਾ ਸਵਾਲ ਇਹ ਸੀਗਾ ਜੀ, ਜਿਹੜੇ ਸਾਨੂੰ ਆੜ੍ਹਤੀਆਂ ਨੂੰ ਇਹ ਗੱਲ ਕਹੀ ਗਈ ਸੀਗੀ ਵੀ ਮੰਡੀ ਬੋਰਡ 30x30 ਦੇ ਖਾਨੇ ਬਣਾ ਕੇ ਦਊਗੀ, ਜਦੋਂ ਕਿ ਸਰਕਾਰ ਨੇ ਸਾਨੂੰ ਹੀ ਕੱਲ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਕਹਿਤਾ ਵੀ ਆਪਦਾ ਰੰਗ ਲਿਆ ਕੇ ਆਪੇ ਬਣਾਓ। 2 ਗੱਲ। ਤੀਜੀ ਗੱਲ ਇਹ ਹੈ ਜੀ, ਸਾਡੇ ਪ੍ਰੋਬਲਮ ਲਿਫਟਿੰਗ ਦੀ ਆਉਣੀ ਹੀ ਆਉਣੀ ਆ। ਜਿਵੇਂ ਤੁਸੀਂ ਕਹਿ ਰਹੇ ਹੋ ਵੀ ਪਹਿਲਾਂ ਮਾਲ ਲਿਫਟ ਹੋ ਜਾਊਗਾ ਤੇ ਫਿਰ ਅਗਲਾ ਮਾਲ ਆਊਗਾ, ਇਸ ਹਿਸਾਬ ਨਾਲ ਤਾਂ ਅਸੀਂ 3 ਮਹੀਨੇ ਲੱਗੇ ਰਹੀਏ ਮੇਰੇ ਖਿਆਲ 'ਚ ਤਾਂ ਨਹੀਂ ਸਾਡੀ ਮੰਡੀ ਖਤਮ ਹੁੰਦੀ, ਕਿਉਂਕਿ ਲਿਫਟਿੰਗ ਦੀ ਸਾਡੇ ਹੁਣੇ ਹੀ ਸਾਨੂੰ ਪਤਾ ਲੱਗਿਆ ਵੀ ਕੰਟਰੈਕਟਰ ਦਾ ਤੇ ਲੇਬਰ ਦਾ ਕੋਈ ਆਪਸ ਵਿੱਚ ਪ੍ਰੋਬਲਮ ਚੱਲ ਰਹੀ ਆ ਅਜੀਤਵਾਲ ਮਾਰਕੀਟ ਕਮੇਟੀ ਦੇ ਵਿੱਚ। ਚੌਥੀ ਗੱਲ ਇਹ ਹੈ ਜੀ, ਸਾਡੀ ਇੰਸਪੈਕਟਰ ਵੀਰ ਵੀ ਸਾਨੂੰ ਬਹੁਤ ਕਹਿੰਦੇ ਆ ਵੀ ਉਹਨਾਂ ਨੂੰ ਵੀ ਪੀਵੀ ਕਿੱਟਾਂ ਮੁਹੱਈਆ ਕਰਾਈਆਂ ਜਾਣ ਤਾਂ ਕਿ ਉਹ ਮੰਡੀਆਂ 'ਚ ਜਾ ਕੇ ਜ਼ਰੂਰ ਸੇਵਾ ਕਰ ਸਕਣ ਕਿਸਾਨਾਂ ਦੀ। 5ਵੀਂ ਗੱਲ, ਸੈਨੀਟਾਈਜ਼ਰ ਜਿਹੜਾ ਮਾਰਕੀਟ ਕਮੇਟੀਆਂ ਨੇ ਮੰਡੀ ਬੋਰਡ ਨੇ ਕਿਹਾ ਸੀ ਵੈਸੇ ਜੀ ਤਾਂ ਇਹ ਸਨ ਦਿਦਾਰ ਗਿੱਲ ਮੰਤਰੀ ਜੀ ਸਾਡੇ ਨਾਲ ਨੇ। ਜੀ ਮੰਤਰੀ ਜੀ, ਤੁਸੀਂ ਗੱਲਾਂ ਸੁਣ ਲਈਆਂ ਹੋਣਗੀਆਂ। ਸਭ ਤੋਂ ਜਿਹੜੀ ਪਹਿਲੀ ਜਗਮੋਹਨ ਜੀ ਫਰਸੀ ਕੰਡੇ ਵਾਲੀ ਗੱਲ ਕਹਿ ਰਹੇ ਨੇ, ਤੁਹਾਨੂੰ ਲੱਗਦਾ ਨਹੀਂ ਫਰਸੀ ਕੰਡੇ ਵਾਲੀ ਗੱਲ ਤੇ ਆਉਣਾ ਹੀ ਪਊ? ਦੂਜੀ ਮੇਜਰ ਜਿਹੜੀ ਗੱਲ ਦਿਦਾਰ ਗਿੱਲ ਹੋਰਾਂ ਨੇ ਕਿਹਾ ਉਹ 'ਚ ਮੇਜਰ ਗੱਲ ਆ ਕਿ ਜਿਹੜੀ ਤੁਸੀਂ ਲਿਫਟਿੰਗ ਕਰਨੀ ਹੈ ਉਹ ਸਮੱਸਿਆ ਆ ਰਹੀ ਹੈ ਲੇਬਰ ਤੇ ਜਿਹੜੇ ਕੰਟਰੈਕਟਰ ਨੇ ਉਹਨਾਂ 'ਚ। ਜੋ ਤੱਕ ਲਿਫਟ ਨਹੀਂ ਹੋ ਪੂਰੀ ਦੀ ਪੂਰੀ ਜਿਹੜਾ ਇੱਥੇ ਪਈ ਹੋਈ ਕਣਕ ਬਾਕੀ ਦੀ ਫਿਰ ਬਾਅਦ 'ਚੋਂ ਤਾਂ ਇਹ ਸਮੱਸਿਆ ਤੁਹਾਨੂੰ ਲੱਗਦਾ ਨਹੀਂ ਸੌਟ ਆਊਟ ਕਰਨ ਦੀ ਲੋੜ ਹੈ ਜਲਦੀ, ਔਰ ਪਿੰਡਾਂ 'ਚ ਮੰਡੀਆਂ ਲਿਜਾਣ ਦੀ ਲੋੜ ਹੈ? ਮੈਂ ਬਿਲਕੁਲ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਆ। ਇੱਕ ਤਾਂ ਜਿਹੜੀ ਵੀ ਗੱਲ ਤੁਸੀਂ ਸੁਝਾਅ ਦਿੰਦੇ ਹੋ, ਜਿਹੜੇ ਜਗਮੋਹਨ ਭਾਜੀ ਹੁਣੀ ਸੁਝਾਅ ਦਿੰਦੇ ਆ, ਅਸੀਂ ਸਾਰੇ ਇਕੱਲੇ ਅਸੀਂ ਹੋਈ ਨਹੀਂ, ਸਾਰੀ ਸਰਕਾਰ ਉਹਨੂੰ ਬੜੀ ਗੰਭੀਰਤਾ ਨਾਲ ਲੈਂਦੀ ਹੈ ਤੇ ਜਿੱਥੋਂ ਤਾਈਂ ਹੋ ਸਕਦੀ ਹੈ ਕੋਸ਼ਿਸ਼ ਕਰੀਦੀ ਹੈ ਉਹਨੂੰ ਲਾਗੂ ਕਰਨ ਦੀ। ਤੇ ਦੂਸਰੀ ਗੱਲ ਇਹ ਜਿਹੜਾ ਇਹਨਾਂ ਨੇ ਮੋਇਸਚਰ ਵਾਲਾ ਸੁਝਾਅ ਦਿੱਤਾ ਹੈ ਵੀ ਦੂਸਰੇ ਸਟੇਟਸ ਦੇ ਵਿੱਚ ਇਹ ਹੁੰਦਾ ਆ, ਜਦੋਂ ਕਿਸਾਨ ਨੂੰ ਆਪਣੇ ਸਟੇਟ ਦੇ ਵਿੱਚ ਜ਼ਰੂਰਤ ਪਏਗੀ ਉਦੋਂ ਹੀ ਮੁੱਦੇ ਚੱਕੇ ਜਾਣਗੇ। ਜਿਵੇਂ ਮੈਂ ਕੱਲ ਦਾ ਇੱਕ ਮੁੱਦਾ ਆਇਆ ਸ਼੍ਰਿਵਲਡ ਕਣਕ ਵਾਲਾ, ਮੈਂ ਤੁਹਾਨੂੰ ਦੱਸਿਆ ਵੀ ਇਮੀਡੀਏਟਲੀ ਉਹਦੀ FCI ਦੀ ਲੈਬ ਵਿੱਚ ਭੇਜਿਆ ਗਿਆ ਤੇ ਉਹ ਇਸ਼ੂ ਸੈਂਟਰ ਗਵਰਨਮੈਂਟ ਨਾਲ ਲਿੱਤਾ ਜਾ ਰਿਹਾ। ਇਸੇ ਤਰੀਕੇ ਤੁਸੀਂ ਆਹ ਇਸ਼ੂ ਲਿਆਂਦਾ, ਜੇ ਇਹ ਕੰਟੀਨਿਊ ਕੀਤਾ ਸਾਡਾ ਮੋਇਸਚਰ ਵਾਲਾ ਤੇ ਅਸੀਂ ਇਹ ਵੀ ਇਜਾਜ਼ਤ ਉਹਨਾਂ ਤੋਂ ਜ਼ਰੂਰ ਲਵਾਂਗੇ। ਤੀਸਰੀ ਗੱਲ, ਜਿਹੜੇ ਆਪਣੇ ਆੜਤੀ ਭਾਈਚਾਰੇ ਨੇ ਕਹੀ ਗੱਲ, ਪਾਸਿਸ ਵਾਲਾ ਮੁੱਦਾ ਅਸੀਂ ਕਾਫੀ ਹੱਦ ਤੱਕ ਹੱਲ ਕਰਕੇ ਉਹਨੂੰ ਡੀਸੈਂਟਰਲਾਈਜ਼ ਕਰ ਦਿੱਤਾ। ਉਹਨੂੰ ਜਿਵੇਂ ਆੜਤੀਆਂ ਦੀ ਡਿਮਾਂਡ ਆਏਗੀ ਉਸ ਹਿਸਾਬ ਨਾਲ ਉਹਨੂੰ ਪਾਸਿਸ ਇਸ਼ੂ ਕੀਤੇ ਜਾਣਗੇ। ਜਿਹੜੇ DMOs ਆੜਤੀਆਂ ਨਾਲ ਰਹਿਣਗੇ ਰਾਫਤੇ ਦੇ ਵਿੱਚ, ਸਵੇਰੇ ਸ਼ਾਮ ਉਹਨਾਂ ਦੀ ਮੀਟਿੰਗ ਹੋਏਗੀ ਤੇ ਉੱਥੇ ਚੰਡੀਗੜ੍ਹ ਭੇਜ ਕੇ ਉਹਨੇ ਪਾਸਿਸ ਇਸ਼ੂ ਕਰਵਾ ਦਿੱਤੇ ਜਾਣਗੇ। ਅੱਜ ਵੀ 80,000 ਦੇ ਕਰੀਬ ਪਾਸ ਇਸ਼ੂ ਹੋਏ ਨੇ। ਹੁਣ ਤਾਈਂ ਸਾਰੇ ਪੰਜਾਬ 'ਚ 21,800 ਸਮਥਿੰਗ ਕਿਸਾਨਾਂ ਨੂੰ ਪਾਸ ਇਸ਼ੂ ਕਰ ਦਿੱਤੇ ਗਏ ਨੇ ਇਹਦੇ ਵਾਸਤੇ, ਤੇ ਫਸਲ ਆਣੀ ਕੱਲ ਤੋਂ ਸ਼ੁਰੂ ਹੋ ਜਾਣੀ ਹੈ ਜੇ ਪ੍ਰਮਾਤਮਾ ਨੇ ਸੁੱਖ ਰੱਖਿਆ ਔਰ ਸਾਡਾ ਜਿਹੜਾ ਮੌਸਮ ਨੇ ਸਾਥ ਦਿੱਤਾ। ਅਗਲੀ ਗੱਲ ਤੁਸੀਂ ਇਹ ਕਹੀ ਸੀ ਵੀ ਮੰਡੀਆਂ ਦੀ ਗਿਣਤੀ ਉਹ ਡੀਸੈਂਟਰਲਾਈਜ਼ ਕਰ ਦਿੱਤਾ ਗਿਆ। ਜਿਵੇਂ ਤੁਹਾਡੇ ਨਾਲ ਡਿਸਕਸ਼ਨ ਹੁੰਦੀ ਸੀ, ਜਿਵੇਂ ਸਲਾਹ ਮਸ਼ਵਰਾ ਹੁੰਦਾ ਸੀਗਾ, ਸਰਕਾਰ ਨੇ ਉਹਨੂੰ DCਆਂ ਨੂੰ ਅਖਤਿਆਰ ਦੇ ਦਿੱਤੇ ਗਏ। ਉਹ ਅਖਤਿਆਰਾਂ ਦੇ ਵਿੱਚ ਅੱਜ 376 ਦੇ ਕਰੀਬ ਸਾਰੇ ਪੰਜਾਬ ਦੇ ਵਿੱਚੋਂ DCਆਂ ਨੇ, ਜਿੱਦਾਂ ਉਸ ਕਮੇਟੀ ਨੇ ਜਿਹਦੇ ਚ DM ਪ੍ਰੋਕਿਉਰਮੈਂਟ ਏਜੰਸੀਆਂ ਦੇ ਹੁੰਦੇ, DFSC ਹੁੰਦਾ ਤੇ DMO ਮੰਡੀ ਅਫਸਰ ਹੁੰਦਾ, ਉਹਨਾਂ ਸਾਰਿਆਂ ਨੇ ਜੋ ਸੁਝਾਅ ਦਿੱਤੇ ਸੀ ਫੂਡ ਡਿਪਾਰਟਮੈਂਟ ਨੂੰ, ਫੂਡ ਡਿਪਾਰਟਮੈਂਟ ਨੇ ਉਹ ਅੱਗੇ ਉਹ ਨੋਟੀਫਾਈ ਕਰਨ ਨੂੰ ਐਗਰੀਕਲਚਰ ਡਿਪਾਰਟਮੈਂਟ ਨੂੰ ਭੇਜ ਦਿੱਤੇ ਗਏ ਆ। ਅਸੀਂ ਨਾਲ ਦੀ ਨਾਲ ਇਹਦੇ ਵਿੱਚ ਸੁਧਾਰ ਕਰਦੇ ਜਾ ਰਹੇ ਹਾਂ ਤਾਂ ਕਿ ਕਿਸਾਨਾਂ ਨੂੰ ਕੋਈ ਕਿਤੇ ਖੜਨਾ ਨਾ ਪਵੇ, ਉਹਨਾਂ ਦੀ ਪ੍ਰੋਕਿਉਰਮੈਂਟ ਨਿਰਵਿਘਨ ਹੋਵੇ, ਕੋਈ ਅੜਚਨ ਨਾ ਆਵੇ। ਇਹ ਸਾਡੀ ਕੋਸ਼ਿਸ਼ ਨਾਲ ਦੀ ਨਾਲ ਜਾਰੀ ਹੈ। ਆਹ ਜਿਹੜੀ ਅੱਜ ਬਾਰਿਸ਼ ਪਈ ਹੈ ਰਾਤ ਨੂੰ, ਇਹ ਰਿਪੋਰਟਿੰਗ ਹੋਈ ਵੀ ਮੁਕਤਸਰ ਲਾਗੇ ਲੰਬੀ ਦੇ 8 ਪਿੰਡਾਂ ਦੇ ਵਿੱਚ ਉੱਥੇ ਸਾਡੇ ਬਕਾਇਦਾ ਤੌਰ ਤੇ ਆਫੀਸਰ ਪਹੁੰਚ ਗਏ ਹੋਏ ਆ, ਉਹ ਨੁਕਸਾਨ ਦਾ ਉੱਥੇ ਜਾਇਜ਼ਾ ਲੈ ਰਹੇ ਆ ਤੇ ਜੋ ਰਿਪੋਰਟ ਆਏਗੀ ਉਹਦੇ ਤੇ ਵੀ ਕੱਲ ਸਰਕਾਰ ਨਾਲ ਦੀ ਨਾਲ ਐਕਸ਼ਨ ਲਏਗੀ। ਐਸੀ ਕੋਈ ਗੱਲ ਨਹੀਂ ਹੈ ਜਿਹੜੀ ਤੁਸੀਂ ਨਜ਼ਰੀ ਲਿਆਓ ਤੇ ਅਸੀਂ ਉਹਦੇ ਉੱਤੇ ਬਕਾਇਦਾ ਬ੍ਰੇਨਸਟਾਰਮਿੰਗ ਨਾ ਕਰੀਏ। ਇੱਕ ਗੱਲ ਇਹ ਫਰਸੀ ਐਕਸ਼ਨ ਨਾ ਲਈਏ। ਆਸ਼ੂ ਜੀ ਇੱਕ ਗੱਲ ਜਿਹੜੀ ਫਰਸ਼ੀ ਕੰਡੇ ਵਾਲੀ ਗੱਲ ਕਹਿ ਰਹੇ ਨੇ ਆਸ਼ੂ ਜੀ, ਇਹ ਤੁਹਾਨੂੰ ਲੱਗਦਾ ਨਹੀਂ ਕਦੇ ਨਾ ਕਦੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕਰਨੀ ਹੀ ਪੈਣੀ ਹੈ ਇਹ ਫਰਸ਼ੀ ਕੰਡੇ ਵਾਲੀ ਗੱਲ ਪ੍ਰੋਪਰ ਰੂਪ ਦੇ ਅੰਦਰ ਅਗਰ ਹੋ ਜੇ, ਕਾਠ ਪ੍ਰੋਪਰ ਲੱਗ ਜੇ, ਜਿਹੜੇ ਕਿਸਾਨ
ਸਹਿਮਤ ਹੋਣ ਕਿ ਫਰਸੀ ਕੰਡੇ ਤੇ ਇੱਕ ਟਰਾਲੀ ਆਵੇ, ਸਿੱਧੀ ਦੀ ਸਿੱਧੀ ਟਰਾਲੀ ਚੁੱਕੀ ਜਾਵੇ। ਔਰ ਦੂਜੀ ਜਿਹੜੀ ਮੰਡੀ 'ਚ ਉਹਨਾਂ ਨੇ ਕਿਹਾ ਖਾਨੇ ਮਾਰਨ ਨੂੰ ਵੀ ਉਹਨਾਂ ਨੂੰ ਲਾਤਾ, ਯਾਨੀ ਉਹ ਕੰਮ ਨਹੀਂ ਕਰ ਰਿਹਾ, ਮਤਲਬ ਅਧਿਕਾਰੀ ਨਹੀਂ ਕਰ ਰਹੇ, ਕਿਸਾਨ ਆੜ੍ਹਤੀਆਂ ਨੂੰ ਕਹਿ ਦਿੱਤਾ ਗਿਆ। ਜੀ ਯਾਦਵਿੰਦਰ ਜੀ, ਜਿੱਥੋਂ ਤੱਕ ਕਾਟ ਦੀ ਗੱਲ ਹੈ, ਸਰਕਾਰ ਕਾਟ ਨਹੀਂ ਲਾ ਸਕਦੀ ਕਿਉਂਕਿ ਅਸੀਂ ਕਿਸਾਨਾਂ ਨੂੰ ਇੱਕ ਇੱਕ ਦਾਣੇ ਦਾ ਮੁੱਲ ਦੇਣਾ ਹੁੰਦਾ ਹੈ। ਇਹ ਕਿਸਾਨ ਜਾਂ ਆੜ੍ਹਤੀਆਂ ਦੇ ਆਪਸ ਦੀ ਗੱਲ ਹੁੰਦੀ ਹੈ। ਸਾਨੂੰ ਤੋਲ ਨਾਲ ਜਿੰਨੀ ਫਸਲ ਅਸੀਂ ਪ੍ਰਕਿਓਰ ਕਰਾਂਗੇ, ਅਸੀਂ ਉਸ ਇੱਕ ਇੱਕ ਦਾਣੇ ਦਾ ਇੱਕ ਇੱਕ ਪੈਸਾ ਆੜ੍ਹਤੀਏ ਦੇ ਖਾਤੇ 'ਚ ਪਾ ਦੇਣਾ ਤੇ ਉਹਨੂੰ ਕਹਿ ਦੇਣਾ ਆਨਲਾਈਨ RTGS ਰਾਹੀਂ ਕਿਸਾਨ ਨੂੰ ਉਹ ਫਾਰਵਰਡ ਕਰ ਦੇ ਬਈ ਸਾਰਾ ਪੈਸਾ। ਇਹਦੇ 'ਚ ਕੋਈ ਅੜਚਨ ਨਹੀਂ ਆਣੀ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਆਪ ਖਾਨੇ ਬਣਾਉਣ ਵਾਲੀ ਗੱਲ, ਇਹ ਮੈਂ ਵੀ ਵੈਰੀਫਾਈ ਕਰ ਲੂੰਗਾ, ਪਰ ਕਿਉਂਕਿ ਮੰਡੀਆਂ ਇੱਕੋ ਦਮ ਵਧੀਆਂ, ਸਾਡੇ ਕੋਲ ਵੀ ਲਿਮਟਿਡ ਜਿਹਾ ਸਟਾਫ ਹੁੰਦਾ ਹੈ। ਸਾਰਾ ਸਟਾਫ ਇੱਕੋ ਦਮ ਜਿਹੜਾ 1820 ਮੰਡੀਆਂ ਕਵਰ ਕਰਦਾ ਸੀਗਾ, ਉਹਨਾਂ ਨੂੰ ਹੁਣ 4000 ਤੋਂ ਉੱਤੇ ਮੰਡੀਆਂ ਕਵਰ ਕਰਨੀਆਂ ਪੈ ਰਹੀਆਂ। ਕਿਤੇ ਨਾ ਕਿਤੇ ਕਿਸੇ ਜਗ੍ਹਾ ਹੋ ਸਕਦਾ ਹੈ ਸਟਾਫ ਨੇ ਕਹਿ ਦਿੱਤਾ ਹੋਵੇ ਭਾਈਚਾਰੇ ਨੂੰ, ਆੜ੍ਹਤੀ ਭਾਈਚਾਰੇ ਨੂੰ ਵੀ ਯਾਰ ਤੁਸੀਂ ਲਾਈਨ ਲਾ ਦਿਓ। ਇਹਦੇ 'ਚ ਕੋਈ ਅੱਜ ਹਾਲਾਤ ਇਹ ਹੈ, ਸਾਰੇ ਬੰਦੇ ਇੱਕ ਦੂਸਰੇ ਦੀ ਮਦਦ ਕਰ ਰਹੇ ਆ। ਮੈਨੂੰ ਬੜੀ ਖੁਸ਼ੀ ਹੋਈ, ਜਿਵੇਂ ਮੈਂ ਪਹਿਲਾਂ ਕਿਹਾ, ਆਪਣੇ ਨੌਜਵਾਨ ਕਿਸਾਨਾਂ ਨੂੰ ਜੀਨਾ ਪਾਏ ਹੋਏ ਫਸਲ ਕੱਟਦੇ ਦੇਖ ਕੇ ਅੱਜ ਮੈਨੂੰ ਇੱਕ ਟੈਲੀਫੋਨ ਤੇ ਮੇਰੇ ਦੋਸਤ ਨੇ ਦਿਖਾਇਆ ਤੇ ਸਾਡੇ ਉਹੀ ਜੋਸ਼ ਜਿਹੜਾ ਪੁਰਾਣਾ ਹੁੰਦਾ ਸੀ ਸਾਡੀ ਜਵਾਨੀ 'ਚ ਅੱਜ ਦੇਖਣ ਨੂੰ ਮਿਲਿਆ ਤੇ ਇੱਕ ਚਾਹ ਜਿਹਾ ਆਇਆ ਵੀ ਅਸੀਂ ਇਹੋ ਜਿਹੀ ਮੁਸ਼ਕਲ ਨੂੰ ਬਿਲਕੁਲ ਪਾਰ ਕਰਕੇ ਨਿਕਲ ਜਾਾਂਗੇ। ਜਦੋਂ ਸਾਡੀ ਜਵਾਨੀ ਨਿਕਲ ਕੇ ਦੁਬਾਰਾ ਖੇਤਾਂ 'ਚ ਪਹੁੰਚ ਗਈ, ਕੋਈ ਕਿਤੇ ਨਾ ਕੋਈ ਉਹਨਾਂ ਨੇ ਲੇਬਰ ਦੀ ਪ੍ਰੋਬਲਮ ਆਣ ਦੇਣੀ ਹੈ, ਨਾ ਕਿਤੇ ਕੁਝ ਆਏਗੀ। ਪਰ ਸਰਕਾਰ ਵੱਲੋਂ ਜਿੰਨਾ ਐਫਰਟ ਹੋਣਾ ਚਾਹੀਦਾ ਉਸ ਤੋਂ ਵੱਧ ਐਫਰਟ ਸਾਰੇ ਭਾਈਚਾਰੇ ਦੀ ਮਦਦ ਨਾਲ ਲਿੱਤਾ ਜਾ ਰਿਹਾ। ਕੋਈ ਕਿਤੇ ਕਮੀ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਵੀ ਕੋਈ ਕਮੀ ਰਹਿ ਜਾਵੇ। ਆਸ਼ੂ, ਜਿਹੜੀ ਲਿਫਟਿੰਗ ਵਾਲੀ ਗੱਲ ਬਾਰ-ਬਾਰ ਆ ਰਹੀ ਹੈ, ਲਿਫਟਿੰਗ ਦੀ ਜਿਹੜੀ ਸਮੱਸਿਆ ਆਏਗੀ, ਜਿਹੜੀ ਕੰਟਰੈਕਟਰ ਤੇ ਜਿਹੜੇ ਲੇਬਰ ਆ ਉਹਦੇ 'ਚ ਸਮੱਸਿਆ ਚੱਲ ਰਹੀ ਹੈ। ਇੱਕ ਦਿਨ ਅਸੀਂ ਇੱਥੋਂ ਆਲੇ ਦੁਆਲੇ ਦੀਆਂ ਜਿੰਨੀਆਂ ਮੰਡੀਆਂ ਉਹਨਾਂ ਜਾਣੇ ਰਹਿੰਦੇ ਆ, ਫਤਿਹਗੜ੍ਹ ਸਾਹਿਬ, ਖਰੜ, ਹੋਰ ਥਾਵਾਂ ਤੇ, ਉੱਥੇ ਵੀ ਇਹ ਸਮੱਸਿਆ ਦੇਖਣ ਨੂੰ ਮਿਲੀ ਸੀ। ਲਿਫਟਿੰਗ ਵਾਲੀ ਸਮੱਸਿਆ ਦਾ ਕੀ ਕਰੋਗੇ? ਕਿਉਂਕਿ ਜੇ ਲਿਫਟ ਹੀ ਨਹੀਂ ਹੋਊ, ਜਿੰਨਾ ਵੀ ਆ ਰਹੀ ਕਣਕ ਆ ਤੇ ਸਮੱਸਿਆ ਖੜੀ ਹੋਈ। ਲੇਬਰ ਦਾ ਕਿਤੇ ਨਾ ਕਿਤੇ ਕੋਈ ਰੌਲਾ ਜ਼ਰੂਰ ਸੁਣਿਆ ਸੀ। ਤਕਰੀਬਨ ਜਿਹੜੀ WMCs ਬਣੀਆਂ ਹੋਈਆਂ ਉਹਨਾਂ ਦਾ ਅਸੀਂ ਥੋੜਾ ਜਿਹਾ ਰੇਟ ਵਧਾ ਦਿੱਤਾ ਹੋਇਆ, ਉਹਨਾਂ ਦੀ ਰਿਜ਼ੈਂਟਮੈਂਟ ਖਤਮ ਕਰ ਦਿੱਤੀ ਗਈ ਹੈ। ਜਿੱਥੇ ਕੋਈ ਟਰਾਂਸਪੋਰਟਰਾਂ ਨੂੰ ਕੋਈ ਪ੍ਰੋਬਲਮ ਸੀਗੀ, ਉੱਥੇ ਵੀ ਗੱਲਬਾਤ ਕੀਤੀ ਜਾ ਰਹੀ ਹੈ। ਉਹ 7 ਜਾਂ 8 ਕਲਸਟਰ ਨੇ, 450 ਕਲਸਟਰਾਂ ਦੇ ਵਿੱਚੋਂ ਜ਼ਿਆਦਾ ਪ੍ਰੋਬਲਮ ਨਹੀਂ ਹੈ, ਕਿਤੇ ਕਿਤੇ ਸੀਗਾ, ਉਹ ਰਿਜ਼ੋਲਵ ਹੋ ਰਹੀ ਹੈ। ਮੌਕੇ ਤੇ DCs ਵੀ ਉਹਦੇ ਨਾਲ ਲੱਗੇ ਹੋਏ, DFSEs ਵੀ ਉਹਨਾਂ ਨਾਲ ਗੱਲਬਾਤ ਕਰੀ ਜਾ ਰਹੇ ਆ। ਜਿੱਥੇ ਕੋਈ ਪ੍ਰੋਬਲਮ ਆਏਗੀ ਅਸੀਂ ਬਿਲਕੁਲ ਉਸ ਕੰਟਰੈਕਟਰ ਨੂੰ ਹਟਾ ਕੇ ਇਮੀਡੀਏਟ ਉਹਦਾ ਜਿਹੜਾ ਆਲਟਰਨੇਟ ਅਰੇਂਜਮੈਂਟ ਆ ਸਾਡਾ ਨਾਲ ਤਿਆਰ ਹੈ। ਬਿਲਕੁਲ ਡਾਇਰੈਕਸ਼ਨਸ ਇਸ਼ੂਜ਼ ਨੇ ਸਾਰੇ ਡਿਸਟ੍ਰਿਕਟ ਹੈੱਡਕੁਆਟਰ ਤੇ ਅਸੀਂ ਦਿੱਤੀਆਂ ਹੋਈਆਂ, ਕੋਈ ਮੁਸ਼ਕਿਲ ਕਿਤੇ ਆਣ ਨਹੀਂ ਦਿੱਤੀ ਜਾਏਗੀ। ਅੱਗੇ ਵੀ ਜਦੋਂ ਪ੍ਰੋਕਿਉਰਮੈਂਟ ਹੁੰਦੀ ਲਿਫਟਿੰਗ ਦੀ, ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ, ਪਰ ਸਾਡੇ ਵੱਲੋਂ ਹਰੇਕ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ। ਆਲਟਰਨੇਟ ਪ੍ਰਬੰਧ ਵੀ ਕੀਤੇ ਹੋਏ ਆ ਵੀ ਜੇ ਕੋਈ ਕੰਟਰੈਕਟਰ ਕੰਮ ਛੱਡਦਾ ਹੈ ਤੇ ਉੱਥੇ ਕੰਮ ਕਿਵੇਂ ਲੈਣਾ ਹੈ। ਜਗਮੋਹਨ ਜੀ ਸਾਡੇ ਨਾਲ ਨੇ। ਜਗਮੋਹਨ ਜੀ ਕੁਝ ਕਹਿਣਾ ਚਾਹੁੰਦੇ? ਜਗਮੋਹਨ ਜੀ, ਤੁਹਾਨੂੰ ਲੱਗਦਾ ਜਿਹੜੇ ਪਿੰਡ ਮੰਡੀ ਵਾਲੀ ਗੱਲ ਹੈ, ਜੇ ਪਿੰਡ ਮੰਡੀ ਹੋ ਜੇ ਸ਼ਾਇਦ ਉਹਦੇ ਨਾਲ ਮਸਲਾ ਹੱਲ ਹੋ ਜੂ, ਫਰਸੀ ਕੰਡੇ ਦੀ ਲੋੜ ਨਾ ਪਵੇ? ਕਿਉਂਕਿ ਉਹ ਕਹਿੰਦੇ ਫਰਸੀ ਕੰਡੇ 'ਚ ਅਸੀਂ ਨਹੀਂ ਕੁਝ ਕਰ ਸਕਦੇ, ਮੰਤਰੀ ਜੀ ਇਹ ਕਹਿ ਰਹੇ ਨੇ। ਠੀਕ ਹੈ, ਪਿੰਡ ਮੰਡੀ ਕਰਨ ਉਹਦੇ ਨਾਲ ਲੇਬਰ ਦੀ ਪ੍ਰੋਬਲਮ ਹੱਲ ਹੁੰਦੀ ਹੈ। ਪਿੰਡ ਦੇ ਵਿੱਚ ਹੀ ਲੇਬਰ ਹੁੰਦੀ ਆ, ਦਲਿਤ ਨੇ, ਮਜ਼ਦੂਰ ਨੇ, ਔਰਤਾਂ ਮਜ਼ਦੂਰ ਨੇ, ਉਹ ਕੰਮ ਕਰ ਸਕਦੀਆਂ ਨੇ, ਉਹਨਾਂ ਨੂੰ ਕੰਮ ਮਿਲੇਗਾ। ਮਨਰੇਗਾ ਦੇ ਜਿਹੜੇ ਲੋਕ ਜਿਹੜੇ ਨੇ ਉਹ ਰੂਲ ਬੇਸਡ ਮਨਰੇਗਾ ਹੈ ਨਾ। ਇਹ ਇੱਕ ਬੜਾ ਵੱਡਾ ਸਵਾਲ ਆ। ਇਹ ਸਵਾਲ ਹੈ ਵੀ ਅੱਜ ਦੀ ਅਸੀਂ ਭਾਵੇਂ ਥੋੜੇ ਦਿਨ ਹੋਏ ਨੇ, ਬਹੁਤ ਕੋਸ਼ਿਸ਼ਾਂ ਕਰ ਰਹੇ ਨੇ ਧੰਨਵਾਦੀਆਂ ਔਰ ਆਪਦੀਆਂ ਨੀਤੀਆਂ ਦੇ ਨਿਰਦੇਸ਼ਾਂ ਨੂੰ ਲੋੜ ਮੁਤਾਬਕ ਬਦਲ ਵੀ ਰਹੇ ਨੇ। ਪਰ ਸਭ ਤੋਂ ਵੱਡੀ ਗੱਲ ਹੈ ਜਿਹੜੀਆਂ 200 156 ਜਾਂ ਵੱਡੀਆਂ ਅਰਬਨ ਸ਼ਹਿਰੀ ਬੇਸਡ ਮੰਡੀਆਂ ਨੇ ਉਹ ਚਾਲੂ ਹੋਈਆਂ ਨੇ। ਜਿਹੜੇ ਸਬ ਸੈਂਟਰ ਨੇ ਜਿਹੜੇ ਕਿ ਦੁੱਗਣੇ ਕਰਤੇ ਜਾਂ ਤਿੱਗਣੇ ਕਰਤੇ, ਉਹ ਅਜੇ ਚਾਲੂ ਨਹੀਂ ਹੋਏ। ਤੀਜੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਕਿ ਨਵੀਂ ਨੋਟੀਫਿਕੇਸ਼ਨ ਜਿਹੜੀ ਇਹਨਾਂ ਨੇ ਮਤਲਬ ਕੀਤੀ ਆ, ਖਾਸ ਤੌਰ ਤੇ ਸ਼ੈਲਰਾਂ ਵਾਲੇ ਦੇ ਸੰਬੰਧ ਬਹੁਤ ਗੰਭੀਰ ਸਮੱਸਿਆ ਹੈ। ਜਿਹੜੀਆਂ ਸਾਨੂੰ ਥੋੜ੍ਹੀਆਂ ਸ਼ਿਕਾਇਤਾਂ ਮਿਲੀਆਂ ਨੇ, ਵੱਧ ਨਾ ਜਾਣ, ਜੇ ਵੱਧਣਗੀਆਂ ਤਾਂ ਬਹੁਤ ਜ਼ਿਆਦਾ ਕਿਸਾਨ ਨਾਰਾਜ਼ ਤੇ ਗੁੱਸੇ ਹੋਣਗੇ। ਉਹ ਸਤਿਕਾਰਯੋਗ ਮੰਤਰੀ ਜੀ ਹੁਣੇ ਧਿਆਨ ਦੇਣ, ਉਹਦੇ ਲਈ ਵਿਜੀਲੈਂਟ ਹੋ ਜਾਣ ਕਿ ਜਿਹੜੇ ਸ਼ੈਲਰ ਨੇ, ਉਹ ਸ਼ੈਲਰ ਮਾਲਕ ਜਿਹੜੇ ਨੇ, ਬਹੁਤ ਸਾਰੇ ਸ਼ੈਲਰ ਮਾਲਕ ਜਿਹੜੇ ਨੇ ਉਹ ਆੜ੍ਹਤੀਏ ਵੀ ਨੇ। ਇਸ ਕਰਕੇ ਜਿਹੜੇ ਸ਼ੈਲਰ ਪੈਡੀ ਕਰਕੇ ਜਿਹੜੀ ਕਿਸੇ ਫੂਡ ਗ੍ਰੇਨ ਏਜੰਸੀ ਨੂੰ ਅਲਾਟ ਹੋਇਆ, ਉੱਥੇ ਹੀ ਉਸ ਫੂਡ ਗ੍ਰੇਨ ਏਜੰਸੀ ਨੇ ਖਰੀਦਣਾ ਹੈ। ਇਸ ਕਰਕੇ ਉਹ ਸ਼ੈਲਰਾਂ ਵਾਲੇ ਚੋਰੀ ਛੱਪੀ ਕਿਸਾਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ 5 7 10 ਟਰਾਲੀਆਂ ਲੈ ਆਓ, ਅਸੀਂ ਤੁਹਾਡੀਆਂ ਭਰ ਦਾਂਗੇ। ਔਰ ਉਹ 4-4 ਕਿਲੋ ਕੁਆਂਟਲ ਮਗਰ ਕਾਟ ਕੱਟ ਰਹੇ ਨੇ। ਦੇਖੋ ਸਾਡੇ ਕੋਲ ਸਬੂਤ ਨੇ ਇਸ ਗੱਲ ਦੇ, ਪਰ ਅਸੀਂ ਉਹ ਮਾਮਲਾ ਵਿੱਚ 1 ਕਿਲੋ ਤਾਂ ਲੈ ਤਾਂ ਉਹ ਆੜ੍ਹਤੀਆਂ ਪਿੱਛੇ ਹਟ ਗਿਆ। ਕੁਝ ਅਫਸਰ ਕਹਿੰਦੇ ਸਨ ਕਿ ਅਸੀਂ
ਜ਼ਰੂਰੀ ਸੇਵਾਵਾਂ ਤਹਿਤ ਇਹਨਾਂ ਦੇ ਵਿਰੁੱਧ ਕੇਸ ਵੀ ਰਜਿਸਟਰ ਕਰ ਸਕਦੇ ਆ। ਉਹ ਅਸੀਂ ਚੇਤਾਵਨੀ ਦੇ ਰੂਪ ਚ ਮੰਤਰੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਉਸ ਗੱਲ ਨੂੰ ਮਤਲਬ ਇਹ ਧਿਆਨ ਰੱਖਣ ਤਾਂ ਜੋ ਮਾਫੀਆ ਕਿਸਮ ਦੇ ਵਪਾਰੀ ਜਿਹੜੇ ਕੁਝ ਅੰਸਰ ਨੇ ਇਹ ਬਿਮਾਰੀ ਫੈਲੇ ਨਾ ਕਰੋਨਾ ਦੀ ਤਰ੍ਹਾਂ। ਦੂਜੀ ਗੱਲ ਰਹੀ ਕਰੋਨਾ ਦੀ ਬਿਮਾਰੀ ਵਾਲੀ ਗੱਲ ਆ ਗਈ। ਕਰੋਨਾ ਦੀ ਬਿਮਾਰੀ ਦੇ ਵਿੱਚ ਕੋਈ ਵੀ ਡਿਪਾਰਟਮੈਂਟ, ਕੋਈ ਹੈਲਥ ਡਿਪਾਰਟਮੈਂਟ, ਕੋਈ ਵੱਡੀਆਂ ਮੰਡੀਆਂ ਨੇ, ਪਟਿਆਲਾ ਮੰਡੀ ਆ, ਟਕਾਲਾ ਮੰਡੀ ਆ, ਭਵਾਨੀਗੜ੍ਹ ਮੰਡੀ ਆ, ਉੱਥੇ ਕੋਈ ਹੈਲਥ ਡਿਪਾਰਟਮੈਂਟ ਦੇ 2 EMPLOYE ਚੱਲ ਜਾਣ ਜਿਹੜੇ 1 ਘੰਟੇ ਲਈ ਸਾਡੇ ਕਿਸਾਨ ਨੇ ਜਿਹੜੇ ਮਜ਼ਦੂਰ ਉੱਥੇ ਕਰਦੇ ਨੇ, ਸਫਾਈ ਕਰਦੇ ਨੇ, ਆੜਤੀਆਂ ਦੇ ਕਰਿੰਦੇ ਨੇ, ਉਹਨਾਂ ਨੂੰ ਥੋੜਾ ਜਿਹਾ ਸਿੱਖਿਤ ਕਰਕੇ ਆਉਣ। ਦੇਖੋ ਤੁਸੀਂ ਅੱਜ ਹੀ ਚੰਡੀਗੜ੍ਹ ਦੀ ਮੰਡੀ 'ਚ ਕਿੰਨਾ ਜ਼ੋਰ ਦੇ ਕੇ ਤੁਸੀਂ ਮੀਡੀਆ ਵਾਲੇ ਜੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਕਹਿ ਰਹੇ ਹੋ। ਜਗਮੋਹਨ ਜੀ ਤੁਹਾਡੀ ਗੱਲ ਆ ਗਈ। ਜਗਮੋਹਨ ਜੀ ਤੁਸੀਂ ਹੋਰ ਇੰਪੋਰਟੈਂਟ ਚੀਜ਼, ਜਗਮੋਹਨ ਜੀ ਕੋਈ ਹੋਰ ਇੰਪੋਰਟੈਂਟ ਸਵਾਲ ਸੋਚ ਕੇ ਰੱਖੋ। ਮੰਤਰੀ ਜੀ ਤੋਂ ਨਾਲ ਦੀ ਨਾਲ ਜਵਾਬ ਲਈਏ। ਤੁਸੀਂ ਹੋਰ ਵੀ ਕੋਈ ਸੋਚ ਕੇ ਰੱਖੋ ਜਿਹੜਾ ਤੁਹਾਨੂੰ ਲੱਗਦਾ। ਮੰਤਰੀ ਜੀ ਇਹ ਤਾਂ ਬਹੁਤ ਇਹ ਗੱਲ ਪਹਿਲਾਂ ਵੀ ਤੁਹਾਡੇ ਨਾਲ ਹੋਈ ਸੀ, ਕਿਹੜਾ ਮਾਫੀਆ ਤਿਆਰ ਹੋ ਰਿਹਾ ਹੈਗਾ ਇਹ ਜੇ ਸ਼ੈਲਰ, ਜਿਹੜੇ ਸ਼ੈਲਰ ਮਾਲਕ ਆੜਤੀਏ ਵੀ ਨੇ ਜਿਹੜੇ ਕਹਿੰਦੇ ਸਾਡੇ ਕੋਲ ਸਬੂਤ ਨੇ। ਜਗਮੋਹਨ ਜੀ ਕਹਿ ਰਹੇ ਸਾਡੇ ਕੋਲ ਸਬੂਤ ਨੇ ਜਿਹੜਾ ਇਸ ਤਰ੍ਹਾਂ ਦਾ ਮਾਫੀਆ ਤਿਆਰ ਹੋ ਰਿਹਾ। ਇਹ ਤਾਂ ਕਰੋਨਾ ਦੇ ਦੌਰ ਸ਼ਰਮਨਾਕ ਗੱਲ ਆ ਜਿਹੜਾ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਕਿ ਐਕਸਪਲਾਇਟ ਕਰੇ, ਕਿਸੇ ਦਾ ਸ਼ੋਸ਼ਣ ਕਰੇ ਕਿ ਕੋਈ ਕਿਸਾਨ ਫਸਿਆ ਹੋਇਆ ਉਹਦੀ 4-4 ਕਿਲੋ ਕਾਟ ਕੱਟੀ ਜਾ ਰਹੀ ਹੈ। ਜੀ ਮੈਂ ਬਿਲਕੁਲ ਤੁਹਾਡੇ ਰਾਹੀਂ ਸਾਰਿਆਂ ਨੂੰ ਕਿਸਾਨ ਭਰਾਵਾਂ ਨੂੰ ਯਕੀਨ ਦਿਲਵਾਨਾ ਜਿਹੜਾ ਵੀ ਕੋਈ ਸਬੂਤ ਹੈ ਸਾਡੇ ਸਾਹਮਣੇ ਲਿਆਓ, ਕੋਈ ਬਖਸ਼ਿਆ ਨਹੀਂ ਜਾਏਗਾ, ਨਾ ਇਹੋ ਜਿਹਾ ਮਾਫੀਆ ਡਿਵੈਲਪ ਹੋਣ ਦਿੱਤਾ ਜਾਏਗਾ। ਜਿਹੜੀ ਗੱਲ ਤੁਸੀਂ ਪਹਿਲਾਂ ਹੀ ਕਹੀ ਸੀਗੀ ਵੀ ਇਹ ਕਾਟ ਵਾਲਾ ਗੱਲ, ਮੈਂ ਤੁਹਾਨੂੰ ਇਹੀ ਕਿਹਾ ਸੀਗਾ ਇਹ ਇਹੋ ਜਿਹੀਆਂ ਗੱਲਾਂ ਨੂੰ ਹੀ ਇਨਕਰੇਜ ਕਰਨ ਵਾਲਾ। ਸਰਕਾਰ ਬਿਲਕੁਲ ਇਹਨੂੰ ਇਨਕਰੇਜ ਨਹੀਂ ਹੋਣ ਦੇਣਗੀ, ਨਾ ਹੀ ਕਾਟ ਵਾਲੀ ਗੱਲ 'ਚ ਕਿਤੇ ਪਏਗੀ। ਜਿੱਥੇ ਫਰਸ਼ੀ ਕੰਡੇ ਦੀ ਬਕਾਇਦਾ ਤੌਰ ਤੇ ਮਦਦ ਲਿੱਤੀ ਜਾ ਸਕਦੀ ਹੈ। ਅੱਜ ਕੱਲ ਤੋਲ ਮੋਲ 'ਚ ਜਿੰਨੀ ਜ਼ਿਆਦਾ ਟੈਕਨੋਲੋਜੀ ਆ ਜਾਏ ਉਨਾ ਹੀ ਜ਼ਿਆਦਾ ਚੰਗਾ ਆ। ਦੂਸਰੀ ਗੱਲ ਜਿਹੜੀ ਇਹਨਾਂ ਨੇ ਸਾਡੇ ਧਿਆਨ 'ਚ ਲਿਆਂਦੀ ਹੈ ਵੀ ਇਹੋ ਜਿਹੀ ਚੀਜ਼ਾਂ ਦੇ ਉੱਤੇ ਨਕੇਲ ਪਾਈ ਜਾਵੇ ਜਾਂ ਜਿਹੜੇ ਹੈਲਥ ਡਿਪਾਰਟਮੈਂਟ ਦੇ EMPLOYEEਆਂ ਦੀ ਮਦਦ ਲਿੱਤੀ ਜਾਵੇ, ਉਹ ਸਾਰਾ ਇਨ ਪਲੇਸ ਹੈ ਸਿਸਟਮ। ਜਦੋਂ ਜਿੱਥੇ ਜ਼ਰੂਰਤ ਪਏਗੀ ਉਹ ਜ਼ਰੂਰ ਲਿੱਤੀ ਜਾਏਗੀ। ਜਿੱਥੇ ਤਾਈਂ ਕਿਸਾਨ ਨੂੰ ਕੋਈ ਵੀ ਮਦਦ ਮੁਹੱਈਆ ਕਰਵਾਉਣੀ ਹੈ, ਆੜਤੀ ਨੂੰ ਕੋਈ ਮਦਦ ਮੁਹੱਈਆ ਕਰਵਾਉਣੀ ਹੈ, ਅਸੀਂ ਬੜੇ ਓਪਨ ਆ ਹਰ ਸੁਝਾਵਾਂ ਲਈ। ਤੁਸੀਂ ਸੁਝਾਅ ਦਿੰਦੇ ਹੋ, ਕਿਤੋਂ ਹੋਰ ਸੁਝਾਅ ਆਉਂਦੇ ਨੇ, ਅਸੀਂ ਉਹਨਾਂ ਨੂੰ ਜ਼ਰੂਰ ਦੇਖੀਦਾ। ਪਰ ਆਹ ਜਿਹੜਾ ਪਲੇਟਫਾਰਮ ਤੁਸੀਂ ਦਿੱਤਾ ਹੈ ਮੈਨੂੰ ਡਾਇਰੈਕਟਲੀ ਪਤਾ ਚੱਲਦਾ ਹੈ। ਮੈਂ ਆਫੀਸਰਸ ਨੂੰ ਸਿੱਧਾ ਇਮੀਡੀਏਟ ਸਾਰੇ ਸੁਝਾਅ ਭੇਜਦਾ ਜੋ ਸਾਡੇ ਭਾਈ ਸਾਹਿਬ ਜਗਮੋਹਨ ਹੁਣੀ ਵੀ ਸਾਨੂੰ ਦਿੰਦੇ, ਕਿਉਂਕਿ ਇਹਨਾਂ ਦਾ ਆਪ ਦਾ ਤਜਰਬਾ ਬਹੁਤ ਵੱਡਾ ਹੈ। ਮੈਂ ਤਾਂ 2 ਸਾਲ ਤੋਂ ਮਿਨਿਸਟਰਾਂ ਤੋਂ ਇਸ ਮਹਿਕਮੇ ਨਾਲ ਜੁੜਿਆ, ਮੈਂ ਇਹਨਾਂ ਦੇ ਤਜਰਬੇ ਦੇ ਮੁਤਾਬਕ ਹੈ ਨਹੀਂ, ਪਰ ਫਿਰ ਵੀ ਜੋ ਇਹ ਸੁਝਾਅ ਦਿੰਦੇ ਆ ਉਹ ਬਕਾਇਦਾ ਤੌਰ ਤੇ ਅਸੀਂ ਡਿਸਕਸ ਕਰਦੇ ਹਾਂ ਤੇ ਉਹਨਾਂ ਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਇੱਕ ਜਿਹੜਾ ਇਹਨਾਂ ਦੇ ਸੁਝਾਅ ਕਿ ਮਨਰੇਗਾ ਦੇ ਬਹੁਤ ਵੱਡੇ ਪੱਧਰ ਤੇ ਜਿਹੜੇ ਅਰਥ ਸ਼ਾਸਤਰੀ ਨੇ, ਸਰਦਾਰਾ ਸਿੰਘ ਜੌਲ ਹੋਰੀ ਨੇ, ਸੁੱਚਾ ਸਿੰਘ ਗਿੱਲ ਹੋਰੀ, ਜਿਹੜੇ ਪੰਜਾਬ ਦੇ ਡਾਕਟਰ ਰਣਜੀਤ ਸਿੰਘ ਘੁੰਮਣ, ਜਿਹੜੇ ਵੱਡੇ ਨਾਂ ਨੇ ਪੰਜਾਬ ਦੇ ਅਰਥ ਸ਼ਾਸਤਰੀ ਨੇ, ਇਕੋਨਮਿਸਟ ਨੇ, ਉਹ ਵੀ ਇਹ ਕਹਿ ਰਹੇ ਨੇ ਮਨਰੇਗਾ ਵਾਲੇ ਲੋਕਾਂ ਨੂੰ ਕੰਮ ਚਲਾਓ। ਮਨਰੇਗਾ ਦੀ ਜਿਹੜੀ ਲੇਬਰ ਆ, ਜੇ ਪਿੰਡਾਂ 'ਚ ਆਪਾਂ ਮੰਡੀਆਂ ਲੈ ਜਾਾਂਗੇ, ਪਿੰਡਾਂ 'ਚ ਕੰਮ ਹੋਊਗਾ ਤਾਂ ਮਨਰੇਗਾ ਵਾਲੇ ਮਜ਼ਦੂਰ ਵੀ ਕੰਮ ਕਰ ਲੈਣਗੇ ਤੇ ਮਨਰੇਗਾ ਦੀ ਲੇਬਰ ਨੂੰ ਇਹ 'ਚ ਇਨਕਲੂਡ ਕਰਨਾ ਚਾਹੀਦਾ। ਨਾਲੇ ਰੁਜ਼ਗਾਰ ਮਿਲ ਜੂ ਤੇ ਨਾਲੇ ਤੁਹਾਡਾ ਸਾਰਾ ਕੰਮ ਹੋ ਜੂ। ਮੰਤਰੀ ਜੀ ਜੀ ਯਾਦਵਿੰਦਰ ਜੀ ਤੁਸੀਂ ਬਿਲਕੁਲ ਠੀਕ ਹੈ। ਸਰਕਾਰ ਨੇ ਲਿਸਟਾਂ ਬਣਾ ਲਈਆਂ ਸੀਗੀਆਂ 10 ਲੱਖ 46 ਸਾਲ ਦੀ ਉਮਰ ਤੱਕ ਤੇ 50 ਸਾਲ ਦੀ ਉਮਰ ਤੱਕ 14 ਲੱਖ ਮਨਰੇਗਾ ਵਰਕਰਸ ਦੀਆਂ ਲਿਸਟਾਂ ਤਿਆਰ ਸੀ ਔਰ ਆੜਤੀਆਂ ਨੂੰ ਵੰਡੀਆਂ ਹੋਈਆਂ ਜਿੱਥੇ ਜ਼ਰੂਰਤ ਹੈ। ਜਿਹੜੀ ਰਹੀ ਪਿੰਡ ਵਾਲੀ ਗੱਲ, ਕੱਲ ਇਹ ਸਾਡੇ ਚੀਫ ਸੈਕਟਰੀ ਸਾਹਿਬ ਵੱਲੋਂ ਇਹ ਡੀਸੀਜ਼ ਨੂੰ ਇੰਸ਼ੋਰ ਕਰਨ ਨੂੰ ਕਿਹਾ ਗਿਆ ਹੈ ਵੀ ਤੁਸੀਂ ਜੇ ਮੰਡੀਆਂ 'ਚ ਪਾਸ ਵੀ ਇਸ਼ੂ ਕਰਨੇ ਆ ਤਾਂ ਇਸ ਤਰੀਕੇ ਕਰੋ ਵੀ ਪਹਿਲਾਂ ਇੱਕ ਪਿੰਡ ਦੀ ਪ੍ਰਕਿਓਰ ਹੋ ਜਾਏ ਫਿਰ ਦੂਸਰੇ ਪਿੰਡ ਦੀ ਆਵੇ। ਉਹਦੇ ਤੇ ਵੀ ਕੁਝ ਆਬਜੈਕਸ਼ਨ ਆ ਰਹੇ ਸਨ, ਪਰ ਉਹ ਇਹੋ ਜਿਹਾ ਪ੍ਰਬੰਧ ਕਰ ਰਹੇ ਆ ਵੀ ਹੋਰ ਜਿੰਨੀਆਂ ਜ਼ਿਆਦਾ ਤੋਂ ਜ਼ਿਆਦਾ ਮੰਡੀਆਂ ਨੋਟੀਫਾਈ ਕਰ ਸਕਣ ਜਿੱਥੇ ਸਾਡਾ ਸਟਾਫ ਪਹੁੰਚ ਸਕੇ। ਸਾਡੇ ਕੋਲ ਸਟਾਫ ਦੀ ਵੀ ਬਹੁਤ ਕੰਸਟ੍ਰੇਂਟਸ ਨੇ, ਪਰ ਉਹ ਆਪਣੇ ਲੈਵਲ ਤੇ ਕਰਦੇ ਜਾ ਰਹੇ ਆ। ਸਾਰੇ ਜਿਹੜੀਆਂ ਪ੍ਰਕਿਓਰਮੈਂਟ ਏਜੰਸੀਆਂ ਦੇ ਡੀਐਮਸ ਨੇ, ਡੀਐਫਐਸਸੀਜ਼ ਨੇ ਔਰ ਮੰਡੀ ਅਫਸਰ ਨੇ, ਉਹਨਾਂ ਨੂੰ ਨਾਲ ਲੈ ਕੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਕੱਲ ਜਿਹੜੀ ਉਹਨਾਂ ਕੋਲੋਂ ਲਿਸਟ ਆਈ ਅਲੱਗ-ਅਲੱਗ ਡੀਸੀਜ਼ ਕੋਲੋਂ, ਕਿਤੋਂ 20 ਕਿਤੋਂ 25, ਟੋਟਲ 376 ਮੰਡੀਆਂ ਜਿੰਨੀਆਂ ਉਹਨਾਂ ਨੇ ਨਵੀਆਂ ਜਾਂ ਪਰਚੇਜ਼ ਸੈਂਟਰ ਬਣਾ ਕੇ ਉਹਨਾਂ ਨੇ ਭੇਜੇ, ਉਹ ਮੰਡੀ ਬੋਰਡ ਨੂੰ ਨੋਟੀਫਾਈ ਕਰਨ ਨੂੰ ਭੇਜ ਦਿੱਤੇ ਗਏ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ 'ਚ ਇਹਨੂੰ ਥੋੜਾ ਪ੍ਰਕਿਓਰਮੈਂਟ ਨੂੰ ਤੇਜ਼ ਕਰਨ ਲਈ, ਤਾਂ ਕਿ ਲੋਕਾਂ ਨੂੰ ਵਹਿਮ ਨਾ ਰਵੇ ਵੀ ਬਹੁਤ ਹੌਲੀ ਚੱਲੇਗਾ। ਉੱਥੇ ਵੀ ਜੋ ਜੋਹਲ ਸਾਹਿਬ ਹੁਣਾਂ ਤੇ ਬਾਕੀਆਂ ਦੇ ਸੁਜੈਸ਼ਨ ਸੀਗੇ ਬਈ ਉਹ ਮਨਰੇਗਾ ਦੀ ਲੇਬਰ ਉੱਥੇ ਵੀ ਪ੍ਰੋਵਾਈਡ ਕੀਤੀ ਜਾਵੇ।
ਜਾਵੇ। ਉਹ ਬਕਾਇਦਾ ਤੌਰ ਤੇ ਡੀਸੀਆਂ ਕੋਲ ਵੀ ਲਿਸਟਾਂ ਹੈਗੀਆਂ, ਰੂਰਲ ਡਿਵੈਲਪਮੈਂਟ ਮਿਨਿਸਟਰੀ ਨੇ ਭੇਜੀਆਂ ਹੋਈਆਂ ਨੇ, ਆੜਤੀ ਭਰਾਵਾਂ ਕੋਲ ਵੀ ਹੈਗੀਆਂ। ਉਹ ਉੱਥੇ ਲੇਬਰ ਨੂੰ ਆਪੇ ਲਾ ਲੈਣਗੇ। ਜਦੋਂ ਸਾਡੀ ਤੁਹਾਡੇ ਵੱਲੋਂ ਸੁਝਾਅ ਆਏ ਸਨ ਜਦੋਂ, ਤੇ ਅਸੀਂ ਆੜਤੀਆਂ ਨੂੰ ਬੁਲਾ ਕੇ ਮੀਟਿੰਗ ਕੀਤੀ ਸੀ, ਤਾਂ ਆੜਤੀਆਂ ਨੇ ਆਪ ਵੀ ਦੱਸਿਆ ਵੀ ਅੱਜ ਤੋਂ 10-12 ਸਾਲ ਪਹਿਲਾਂ ਇਹੀ ਲੇਬਰ, ਇਹੀ ਪਿੰਡਾਂ ਦੀਆਂ ਔਰਤਾਂ ਪੀਪੇ ਨਾਲ ਸਾਡਾ ਪੱਖਾ ਲਾ ਕੇ ਫਸਲ ਸਾਫ਼ ਕਰਦੀਆਂ ਸਨ। ਆ ਫਿਰ ਵਿੱਚ ਰਿਵਾਜ ਪੈ ਗਿਆ ਵੀ ਯੂਪੀ ਬਿਹਾਰ ਦੀ ਲੇਬਰ ਨੇ ਆ ਕੇ ਉਹਨਾਂ ਨੂੰ ਓਵਰਟੇਕ ਕਰ ਲਿਆ ਤੇ ਸਾਡੇ ਬੰਦੇ ਵੀ ਕੁਝ ਕੰਮ ਛੱਡਦੇ ਪਿੱਛੇ ਹੋ ਗਏ, ਤੇ ਅੱਜ ਉਹ ਦੁਬਾਰਾ ਖੁੱਲ ਕੇ ਸਾਹਮਣੇ ਆ ਰਹੇ ਆ। ਤੇ ਅਸੀਂ ਇਸ ਸਿਸਟਮ ਨੂੰ ਤੁਹਾਡੇ ਰਾਹੀਂ ਹੋਰ ਇਨਕਰੇਜ ਕਰੀਏ, ਹੋਰ ਆਪਣੀ ਜਵਾਨੀ ਨੂੰ ਪ੍ਰੇਰਿਤ ਕਰੀਏ ਤਾਂ ਕਿ ਉਹ ਖੁੱਲ ਕੇ ਆਣ, ਆਪਣਾ ਕੰਮ ਆਪ ਸਾਂਭਣ ਤੇ ਸਾਨੂੰ ਕਿਸੇ ਦੇ ਉੱਤੇ ਜਿਹੜੀ ਆ ਬਣੀ ਹੋਈ ਆ ਨਿਰਭਰਤਾ ਉਹ ਵੀ ਖਤਮ ਹੋ ਸਕੇ। ਬਿਲਕੁਲ। ਤਾਂ ਸਾਡੇ ਨਾਲ ਕਾਲਰ ਨੇ ਕਰਮ ਸਿੰਘ ਕਿਸਾਨ ਨੇ, ਕੀ ਕਹਿਣਾ ਚਾਹੁੰਦੇ ਹੋ ਕਰਮ ਜੀ? ਸਤਿ ਸ਼੍ਰੀ ਅਕਾਲ ਬਾਈ ਜੀ, ਯਾਦਵਿੰਦਰ ਜੀ। ਹੈਲੋ ਜੀ ਜੀ ਜੀ, ਆਪਣੀ ਗੱਲ ਰੱਖੋ, ਆਪਣੀ ਗੱਲ ਰੱਖੋ ਸਰ। ਨੇੜੇ ਪਿੰਡ ਹੈ ਏਰੀਆ ਪੈਂਦਾ 5 ਗ੍ਰਾਮੀ। ਸਾਡਾ ਡੇਰਾ ਬਸੀ ਦੇ ਨੇੜੇ ਏਰੀਆ ਪੈਂਦਾ 5 ਗ੍ਰਾਮੀ। ਜੀ। ਇੱਥੇ ਸਬਜ਼ੀ ਬਹੁਤ ਹੁੰਦੀ ਹੈ, ਖਰਬੂਜਾ, ਪਿਆਜ਼। ਇਹ ਸਾਨੂੰ ਇਹ ਲਗਭਗ ਤਿਆਰ ਹੈ, ਮੰਡੀਆਂ 'ਚ ਬੁਰਾ ਹਾਲ ਹੈ, ਸਾਡਾ ਕੋਈ ਪੁੱਛਦਾ ਨਹੀਂ। ਜੇ ਅਸੀਂ ਆਪਣੀ ਆਪ ਵੇਚਦੇ ਹਾਂ, ਜੀਰਕਪੁਰ ਲਾ ਲਓ ਜਾਂ ਕਿਤੇ ਵੀ ਖੜ ਕੇ ਟਰਾਲੀਆਂ ਵੇਚਦੇ, ਤਾਂ ਸਾਨੂੰ ਉੱਥੇ ਵੀ ਨਹੀਂ ਵੇਚਣ ਦਿੱਤੀ ਜਾਂਦੀ। ਦੂਜੀ ਗੱਲ, ਇੱਥੇ ਵਪਾਰੀ ਨਹੀਂ ਕੋਈ ਮੰਡੀਆਂ 'ਚ ਕੋਈ ਆਂਦਾ। ਕਿਉਂ? ਜੇ ਵਪਾਰੀ ਆਊ ਤਾਂ ਹੀ ਬਾਹਰ ਜਾਣਗੀਆਂ ਸਬਜ਼ੀਆਂ, ਜ਼ਿਮੀਂਦਾਰਾਂ ਨੂੰ ਭਾਅ ਮਿਲੂਗਾ। ਇਸ ਕਰਕੇ ਸਾਡੀ ਹੱਥ ਬੰਨ ਕੇ ਬੇਨਤੀ ਹੈ, ਮੰਤਰੀ ਜੀ ਬੈਠੇ ਹੈ, ਵੀ ਕਿਰਪਾ ਕਰਕੇ ਸਾਡਾ ਜਿਹੜੇ ਸਬਜ਼ੀ ਵਾਲਾ ਏਰੀਆ, ਚਾਹੇ ਸਾਡਾ 5 ਗ੍ਰਾਮੀ ਲਾ ਲਓ, ਬਨੂੜ ਏਰੀਆ ਲਾ ਲਓ, ਚੰਡੀਗੜ੍ਹ ਦੇ ਨੇੜੇ ਸਾਡੀ ਬੜੀ ਪੋਜੀਸ਼ਨ ਮਾੜੀ ਹੋਈ ਪਈ ਹੈ। ਜੀ ਜੀ ਜੀ, ਆ ਗਈ ਤੁਹਾਡੀ ਗੱਲ, ਆ ਗਈ ਕਰਮ ਸਿੰਘ ਜੀ, ਤੁਹਾਡੀ ਗੱਲ ਆ ਗਈ, ਮੰਤਰੀ ਤੱਕ ਗੱਲ ਪਹੁੰਚ ਗਈ। ਅਸੀਂ ਜ਼ਰੂਰ ਕਵਾਂਗੇ, ਸਾਡੇ ਕੋਲ ਟਾਈਮ ਇੰਨਾ ਹੀ ਸੀ, ਸਾਡੇ ਕੋਲੇ ਜ਼ਰੂਰੀ ਵੱਡੀ ਖਬਰ ਆ ਰਹੀ ਕਿ ਮੰਤਰੀ ਤੁਹਾਡਾ ਬਹੁਤ ਧੰਨਵਾਦ। ਜਗਮੋਹਨ ਜੀ ਧੰਨਵਾਦ। ਤੁਸੀਂ ਦੇਖ ਰਹੇ ਸੀ ਪ੍ਰਾਈਮ ਟਾਈਮ, ਅੱਗੇ ਦੇਖੋ ਵੱਡੀਆਂ ਖਬਰਾਂ।